नमो कर जोरी गुरु हर कृष्ण मनावूं बहोरी। तेग बहादुर परमं किरपाला वाहिगुरु परमं किरपाला। श्री गुरु गोबिंद सिंह बेसाला। तरों तरा पग पुन पुन सीसा पग पुन पुन सीसा। बंदो जी बार बार जगदीशा। जाम है अमृत ज्ञान है मानक भगत बैराग। धन श्री गुरु ग्रंथ उदद बंदों कर अनुराग। एक ओंकार सतगुरु जेह प्रसाद सच होए। वाहिगुरु जी की फतेह बिघ्न विनाशन सोए। वाहिगुरु जी की फतेह बिघ्न विनाशन सोए। बांध उदत क्यों पार पधारे। लंक बिखह क्यों दैत श्रृंगारे। सर्ब पर संग सुनावो मोही। रावरते कुश गुपत न होही। वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी। आप जी वडभागे हो जो 8वें पातशाह बाला प्रीतम सतगुरु जिस डिठै सब दुख जाए। इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे नियम अनुसार गुरु इतिहास की चल रही लड़ीवार कथा का
ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ। ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਰੂਮ ਵਲਾਇਤ ਦੇਸ਼ ਤੋਂ ਬਾਅਦ ਦੋ ਦੇਸ਼ਾਂ ਵਿੱਚ ਸਤਿਗੁਰੂ ਗਏ ਸਨ। ਉੱਥੋਂ ਦੇ ਲੋਕਾਂ ਨੂੰ ਪਾਪ ਕਰਨ ਤੋਂ, ਕੁਕਰਮ ਕਰਨ ਤੋਂ ਰੋਕਿਆ ਔਰ ਉਹਨਾਂ ਨੂੰ ਧਰਮ ਦਾ ਉਪਦੇਸ਼ ਦਿੱਤਾ। ਉਹਨਾਂ ਨੂੰ ਪਰਮਾਤਮਾ ਦੀ ਭਾਉ ਭਾਵਨੀ ਦੇ ਵਿੱਚ ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ ਉਪਦੇਸ਼ ਦ੍ਰਿੜ ਕਰਾਇਆ। ਇੱਥੋਂ ਜਦੋਂ ਸਤਿਗੁਰੂ ਅੱਗੇ ਤੁਰੇ ਨੇ ਤਾਂ ਸਤਿਗੁਰੂ ਦੇ ਸੇਵਾਦਾਰਾਂ ਨੇ ਇੱਛਾ ਪ੍ਰਗਟ ਕੀਤੀ ਕਿ ਮਹਾਰਾਜ ਉਹ ਦੇਸ਼ ਜਿੱਥੇ ਰਾਖਸ਼ਾਂ ਦਾ ਰਾਜ ਸੀ ਲੰਕਾ ਦੇ ਵਿੱਚ, ਔਰ ਉਸ ਦੇਸ਼ ਜਾਣ ਵਾਸਤੇ ਜਿਹੜੇ ਤ੍ਰੇਤੇ ਦੇ ਅਵਤਾਰ ਸਨ ਸ਼੍ਰੀ ਰਾਮਚੰਦਰ, ਜਿਨ੍ਹਾਂ ਨੇ ਇਹ ਜਿਹੜੀ ਬਾਂਦਰ ਸੈਨਾ ਸੀ ਉਹਨਾਂ ਦੇ ਕੋਲੋਂ ਪੁਲ ਬਣਵਾਇਆ। ਫਿਰ ਉੱਥੇ ਜਾ ਕੇ ਜਿਹੜਾ ਰਾਖਸ਼ਾਂ ਦਾ ਸ਼੍ਰੀ ਰਾਮਚੰਦਰ ਨੇ ਵੱਧ ਕੀਤਾ ਮਹਾਰਾਜ, ਉਹਦੀ ਕਥਾ ਜਿਹੜੀ ਹੈ ਸ਼੍ਰੀ ਨਾਨਕ ਬੋਲੇ ਬਚਨ ਸੁਣੋ ਮਰਦਾਨੇ ਗਾਤ, ਰਾਮਚੰਦਰ ਆਏ ਇਹਾਂ ਬਾਂਦਰ ਦਲ ਲੈ ਸਾਥ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਸੁਣ, ਇੱਥੇ ਸ਼੍ਰੀ ਰਾਮਚੰਦਰ ਬਾਂਦਰਾਂ ਦੀ ਫੌਜ ਲੈ ਕੇ ਆਏ ਸਨ ਤੇ ਭਾਈ ਮਰਦਾਨਾ ਜੀ ਚਾਹੁੰਦੇ ਸਨ ਕਿ ਸਰਬ ਸੁਣਾਵੋ ਮੁਝੇ ਪ੍ਰਸੰਗਾ, ਭੂਤ ਭਵਿਖੈ ਲਖੋ ਸਰਬੰਗਾ। ਭੂਤ ਬੀਤਿਆ ਹੋਇਆ ਸਮਾਂ, ਭਵਿਖਿਆ ਜਿਹਨੂੰ ਅਸੀਂ ਫਿਊਚਰ ਕਹਿੰਦੇ, ਆਉਣ ਵਾਲਾ ਸਮਾਂ। ਦਾਤਾ ਉਹਦਾ ਮੈਨੂੰ ਸਾਰਾ ਪ੍ਰਸੰਗ ਸੁਣਾਓ। ਤੋ ਸਤਿਗੁਰੂ ਇੱਥੇ ਉਪਦੇਸ਼ ਦੱਸਦੇ ਨੇ ਕਿ ਕਿਵੇਂ ਸਮੁੰਦਰ ਤੇ ਪੁਲ ਬਣਿਆ। ਇਹਦੇ ਵਿੱਚੋਂ ਜਿਹੜੀ ਗੱਲ ਸਾਨੂੰ ਸਿੱਖਣ ਵਾਸਤੇ ਮਿਲੀ, ਕਿਉਂਕਿ ਇਹ ਸਾਰੀ ਕਥਾ ਸਨਾਤਨ ਮਤ ਦੀ ਕਥਾ ਹੈ, ਪਰ ਇਹਦੇ ਵਿੱਚੋਂ ਇੱਕ ਗੱਲ ਸਾਨੂੰ ਜ਼ਰੂਰ ਦ੍ਰਿੜ ਹੋਈ ਕਿ ਸ਼੍ਰੀ ਰਾਮਚੰਦਰ ਨਾਲੋਂ ਵੀ ਉਹਨਾਂ ਦਾ ਨਾਮ ਜਿਹੜਾ ਹੈ ਉਹ ਵੱਡਾ ਹੈ। ਆਮ ਵੀ ਤੁਸੀਂ ਵੇਖੋਗੇ ਕੋਈ ਵੀ ਵਿਅਕਤੀ ਹੈ, ਤੁਸੀਂ ਉਹਨੂੰ ਮਿਲੋ, ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲ ਲਓ,
ਕੀ ਮਿਲੇਗਾ? ਕੁਛ ਵੀ ਨਹੀਂ। ਵੱਧ ਤੋਂ ਵੱਧ ਕੀ ਹੋਏਗਾ? ਤੁਸੀਂ ਚਾਹ ਪੀ ਲੋਗੇ, ਬਿਸਕੁਟਾਂ ਨਾਲ ਪਕੌੜੇ ਖਾ ਲੋਗੇ, ਫੋਟੋ ਖਿਚਾ ਲੋਗੇ। ਉਸ ਫੋਟੋ ਨਾਲ ਵੀ ਕੁਛ ਨਹੀਂ ਹੋਣਾ। ਹੁਣ ਜਦੋਂ ਤੁਸੀਂ ਉਹਦਾ ਨਾਮ ਵਰਤੋਗੇ ਵੀ ਮੇਰੀ ਤਾਂ ਮੋਦੀ ਤੱਕ ਚੱਲਦੀ ਹੈ, ਅਗਲਾ ਕਹੂਗਾ ਵੀ ਬੜਾ ਵੱਡਾ ਬੰਦਾ ਹੈ ਬਈ ਇਹ ਤਾਂ। ਰੱਬ ਨਾਲੋਂ ਵੀ ਰੱਬ ਦਾ ਨਾਮ ਵੱਡਾ ਹੈ, ਭਗਤ ਨਾਲੋਂ ਵੀ ਭਗਤ ਦਾ ਨਾਮ ਵੱਡਾ ਹੈ। ਇਹ ਕਥਾ ਆਪਾਂ ਨੇ ਕੱਲ ਦ੍ਰਿੜ ਕੀਤੀ ਸੀ। ਫਿਰ ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ ਸ਼੍ਰੀ ਰਾਮਚੰਦਰ ਲੰਕਾ ਲੈਣ ਕੀ ਗਏ ਸਨ। ਇੱਥੋਂ ਅੱਜ ਦੀ ਕਥਾ ਆਰੰਭ ਹੈ ਕਿ ਸੁਣ ਮਰਦਾਨਾ ਬੂਝਣ ਲਾਗਾ, ਰਘੁਬਰ ਕਥਾ ਸੁਣਨ ਅਨੁਰਾਗਾ। ਕਹਿਣ ਲੱਗਾ ਜੀ ਮੈਨੂੰ ਰਘੁਬਰ ਦੀ, ਸ਼੍ਰੀ ਰਾਮਚੰਦਰ ਦੀ ਕਥਾ ਸੁਣਾਓ। ਹਾਂਜੀ। ਉਦਤ ਕਿਉ ਪਾਰ ਪਧਾਰੇ, ਲੰਕ ਬਿਖੈ ਕਿਉ ਦਹਿਤ ਸ਼ਿੰਗਾਰੇ। ਬਾਂਧ ਉਦਦ ਕਿਉਂ ਪਾਰ ਪਧਾਰੇ, ਸਮੁੰਦਰ ਦੇ ਉੱਤੇ ਪੁਲ ਕਿਉਂ ਬੰਨਿਆ? ਫਿਰ ਉਸ ਪੁਲ ਨੂੰ ਪਾਰ ਕਰਨ ਦੀ ਜ਼ਰੂਰਤ ਕਿਉਂ ਪਈ? ਲੰਕ ਵਿਖੇ ਕਿਉਂ ਦੈਂਤ ਸੰਘਾਰੇ, ਰਾਵਣ ਜਾਂ ਉਹਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਮਾਰਨ ਦਾ ਕੀ ਕਾਰਨ ਹੋਇਆ? ਕਿਉਂਕਿ ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਬਿਨਾਂ ਕਾਰਨ ਕੋਈ ਘਟਨਾ ਘਟਦੀ ਨਹੀਂ। ਹਰ ਚੀਜ਼ ਦਾ ਕੋਈ ਨਾ ਕੋਈ ਰੀਜਨ, ਜਿਹਨੂੰ ਆਪਾਂ ਕਹਿੰਦੇ ਕਾਰਨ, ਜਿਹਨੂੰ ਆਪਾਂ ਕਹਿੰਦੇ ਆ, ਇਹ ਜ਼ਰੂਰ ਹੁੰਦਾ ਹੈ। ਹਾਂਜੀ। ਸਰਬ ਪਰ ਸੰਗ ਸੁਨਾਵੋ ਮੋਹੀ, ਰਾਵ ਰਤੇ ਕੁਛ ਗੁਪਤ ਨ ਹੋਹੀ। ਕਹਿਣ ਲੱਗਾ ਜੀ ਸਾਰੀ ਕਥਾ ਸੁਣਾਓ। ਦਾਤਾ ਤੁਹਾਡੇ ਤੋਂ ਕੀ ਗੁਪਤ ਹੋ ਸਕਦਾ ਹੈ? ਤੁਹਾਡੇ ਤੋਂ ਕਿਹੜੀ ਗੁੱਝੀ ਛੰਨੀ ਬਾਤ ਹੋ ਸਕਦੀ ਹੈ? ਹਾਂਜੀ। ਸੁਣ ਕਹਿ ਬੋਲੇ ਪਰਮ ਪਰਬੀਨਾ, ਇਕ 10 ਰਥ ਨ੍ਰਿਪੁ ਤੋ ਕੁਲੀਨਾ। ਤਦੋਂ ਫਿਰ ਸਤਿਗੁਰੂ ਨੇ ਸਮਝਾਇਆ ਕਿ ਮਰਦਾਨਿਆ, ਇੱਕ ਰਾਜਾ ਹੁੰਦਾ ਸੀ ਜਿਸ ਰਾਜੇ ਦਾ ਨਾਮ ਸੀ ਦਸ਼ਰਥ। ਹਾਂਜੀ। ਤ੍ਰੈ ਰਾਣੀ ਤੇ ਲੀਨ ਬਿਆਹੀ, ਕੌਸਲਿਆ ਕਹਿ ਕੀ ਆਹੀ। ਇਸ ਰਾਜੇ ਦਸ਼ਰਥ ਦੇ 3 ਵਿਆਹ ਸਨ। ਇਸ ਰਾਜੇ ਦਸ਼ਰਥ ਦੀਆਂ 3 ਰਾਣੀਆਂ ਸਨ, ਔਰ ਉਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਉਹ ਕੁਸ਼ਲਿਆ ਸੀ, ਦੂਜੀ ਜਿਹੜੀ ਸੀ ਉਹ ਕਕਈ ਸੀ। ਹਾਂਜੀ। ਜਾਨੋ ਨਾਰੀ, ਤਿਨ ਤੇ ਜਨਮਤ ਬਹੁਰਸ ਮਿਤਰਾ। ਜਾਨੋ ਨਾਰੀ, ਤਿਨ ਤੇ ਜਨਮਤ ਭੇ ਸੁਤ ਚਾਰੀ। ਕੁਸ਼ਲਿਆ ਤੋਂ ਬਾਅਦ ਕਕਈ, ਕਕਈ ਤੋਂ ਬਾਅਦ ਸੁਮਿਤਰਾ। ਇਹ 3 ਰਾਜੇ ਦੀਆਂ ਰਾਣੀਆਂ ਸਨ। 3 ਤੇ ਜਨਮਤ ਭੇ ਸੁਤ ਚਾਰੀ। 3 ਰਾਣੀਆਂ ਤੋਂ ਇਸ ਰਾਜੇ ਦਸ਼ਰਥ ਦੇ ਘਰ 4 ਪੁੱਤਰ ਜਨਮ ਲੈਂਦੇ ਨੇ। 4 ਪੁੱਤਰਾਂ ਦਾ ਜਨਮ ਹੁੰਦਾ ਹੈ। ਹਾਂਜੀ। ਜੀ ਛਟ ਕੌਸਲਿਆ ਤੇ ਰਾਮੂ, ਕਿ ਕਹੀ ਕੇਰ ਭਰਤ ਭਾ ਨਾਮੂ। ਜਿਹੜੀ ਵੱਡੀ ਕੁਸ਼ਲਿਆ ਸੀ ਉਹਦੇ ਤੋਂ ਸ਼੍ਰੀ ਰਾਮਚੰਦਰ ਪੈਦਾ ਹੋਏ। ਜਿਹੜੀ ਕਕਈ ਸੀ ਉਹਦੇ ਤੋਂ ਭਰਤ ਪੈਦਾ ਹੋਏ। ਲਛਮਨ ਬਹੁਰ ਸ਼ਤਰ ਘਨ ਜੋ, ਜਨੇ ਸੁਮਿਤਰਾ ਨੰਦਨ ਦੋ। ਲਕਸ਼ਮਣ ਤੇ ਸ਼ਤਰੂਘਨ ਇਹ 2 ਸੁਮਿਤਰਾ ਦੇ ਪੁੱਤਰ ਸਨ, ਛੋਟੀ ਰਾਣੀ ਦੇ ਬੇਟੇ ਸਨ। ਕਾਮ ਸਮਾਨ ਰੂਪ ਜਿਨ ਕੇਰੇ,
ਖੇਲਤ ਹੋਤ ਸਰੀਰ ਵਡੇਰੇ। ਸੁੰਦਰ ਬਹੁਤ ਸਨ। ਜਿਹੜਾ ਸੁੰਦਰਤਾ ਦਾ ਦੇਵਤਾ ਮੰਨਿਆ ਗਿਆ ਉਹ ਕਾਮ ਨੂੰ ਮੰਨਿਆ ਗਿਆ, ਕਾਮ ਦੇਵਤਾ। ਇਉਂ ਮੰਨੋ ਕਿ ਕਾਮ ਦੇਵਤੇ ਦੀ ਸਾਰੀ ਸੁੰਦਰਤਾ ਰੱਬ ਨੇ ਇਹਨਾਂ 4 ਬੱਚਿਆਂ ਦੇ ਵਿੱਚ ਪਾਈ ਹੋਈ ਸੀ। ਹੌਲੀ ਹੌਲੀ ਇਹ ਬੱਚੇ ਖੇਡਦੇ ਪਲਦੇ ਵੱਡੇ ਹੁੰਦੇ ਨੇ, ਜਵਾਨ ਹੁੰਦੇ ਨੇ। ਹਾਂਜੀ। ਵਿਸਵਾਮ੍ਰਿਤ ਹੁਤੋ ਮੁਨ ਰਾਈ, ਜਗ ਕਰਨ ਤਿਨ ਸੌਜ ਬਣਾਈ। ਜਿਹੜੇ ਵਿਸ਼ਵਾਮਿੱਤਰ ਜੀ ਸਨ ਉਹਨਾਂ ਨੇ ਵਿਉਂਤ ਬਣਾਈ ਕਿ ਜਗ ਕੀਤਾ ਜਾਏ। ਜਿਵੇਂ ਅੱਜ ਆਪਾਂ ਕਹਿੰਦੇ ਜੀ ਅਖੰਡ ਪਾਠ ਕਰਾਈਏ। ਸਾਡੇ ਬਜ਼ੁਰਗਾਂ ਵਿੱਚ ਅਖੰਡ ਪਾਠ ਜਿਹੜਾ ਸੀ ਉਹ ਇੱਕ ਜਗ ਵਰਗਾ ਇੱਕ ਕਾਰਜ ਹੁੰਦਾ ਸੀ। ਹੁਣ ਤੇ ਲੜੀਆਂ ਚੱਲ ਪਈਆਂ, ਥਾਂ ਥਾਂ ਤੇ ਪਾਠ ਸ਼ੁਰੂ ਹੋ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਆਮ ਛਪਣੇ ਮਿਲਣੇ ਸ਼ੁਰੂ ਹੋ ਗਏ। ਹਰ ਥਾਂ ਤੇ ਪਾਠੀ ਸਿੰਘ ਅਵੇਲੇਬਲ ਹੋ ਗਏ, ਮੌਜੂਦ ਹੋ ਗਏ। ਨਹੀਂ ਤਾਂ ਕਈ ਪਿੰਡਾਂ ਵਿੱਚ ਗੁਰਦੁਆਰਾ ਨਹੀਂ ਸੀ ਹੁੰਦਾ। ਹੁਣ ਗੁਰਦੁਆਰੇ ਲਈ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਜ਼ਰੂਰੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਠਨ ਪਾਠਨ ਵਾਸਤੇ, ਸੇਵਾ ਸੰਭਾਲ ਵਾਸਤੇ ਕਿਸੇ ਦਾ ਗ੍ਰੰਥੀ ਸਿੰਘ ਹੋਣਾ ਵੀ ਜ਼ਰੂਰ। ਤੇ ਉਦੋਂ ਜਦੋਂ ਲੋਕ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਹਰ ਵਿਅਕਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਸੀ ਕਰ ਸਕਦਾ, ਸੰਭਾਲ ਸੇਵਾ ਨਹੀਂ ਸੀ ਕਰ ਸਕਦਾ। ਫਿਰ ਜਦੋਂ ਕਦੇ ਅਖੰਡ ਪਾਠ ਹੁੰਦਾ ਸੀ ਤੇ ਕਈ ਪਿੰਡਾਂ ਦੇ ਲੋਕ ਉਸ ਘਰ ਇਕੱਠੇ ਹੋ ਜਾਂਦੇ ਸੀ ਜਿੱਥੇ ਪਾਠ ਹੁੰਦਾ ਸੀ। ਬੜੀ ਸੁਚਮਤਾ ਰੱਖੀ ਜਾਣੀ, ਬੜਾ ਸਮਾਂ ਕੱਢ ਕੇ ਹਾਜ਼ਰੀ ਭਰੀ ਜਾਣੀ, ਔਰ ਉਸ ਪਾਠ ਦਾ ਬੜਾ ਵੱਡਾ ਪੁੰਨ ਫਲ ਮੰਨਿਆ ਜਾਂਦਾ ਸੀ। ਹੁਣੇ ਜਦੋਂ ਹੌਲੀ ਹੌਲੀ ਪੈਨ ਡਰਾਈਵ ਤੱਕ ਆ ਗਿਆ ਤਾਂ ਫਿਰ ਤੇ ਉਹ ਲੋਕ ਜਾਣੇ ਇਹ ਗੀਤ ਹੈ। ਪਾਠ ਦੀ ਕੀਮਤ ਅਸੀਂ ਇੱਥੇ ਲਿਆ ਕੇ ਖੜੀ ਕਰ ਦਿੱਤੀ ਵੀ ਇਹ ਤੇ ਇੱਕ ਗੀਤ ਹੀ ਹੈ, ਕੋਈ ਵੀ ਗਾ ਸਕਦਾ ਹੈ। ਇੱਕ ਵੇਲਾ ਸੀ ਜਿਵੇਂ ਹਿੰਦੂਆਂ ਵਿੱਚ ਜਗ ਦਾ ਮਹਾਤਮ ਤੇ ਪੁੰਨ ਫਲ ਸੀ, ਇਵੇਂ ਸਾਡੇ ਸਿੱਖਾਂ ਦੇ ਵਿੱਚ, ਕਿਉਂਕਿ ਸਾਡੇ 'ਚ ਜਗ ਤਾਂ ਹੈ ਨਹੀਂ, ਸਾਡੇ ਵਿੱਚ ਤੇ ਹਰ ਦੁੱਖ ਸੁੱਖ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਤੇ ਪਾਠ ਹੀ ਸਭ ਤੋਂ ਵੱਡਾ ਪੁੰਨ ਫਲ ਮੰਨਿਆ ਜਾਂਦਾ। ਤੋ ਸਨਾਤਨ ਮਤ ਦੇ ਵਿੱਚ ਜਗ, ਹਵਨ, ਤਪ, ਇਹ ਬਹੁਤ ਸਾਰੀਆਂ ਰਹੁ ਰੀਤਾਂ, ਬੜੇ ਸਾਰੇ ਧਰਮ ਕਰਮ ਮੰਨੇ ਗਏ ਨੇ। ਜਿਹੜੇ ਵਿਸ਼ਵਾਮਿੱਤਰ ਮੁਨੀ ਸਨ ਉਹਨਾਂ ਨੇ ਸੋਚਿਆ ਕਿ ਮੈਂ ਜਗ ਕਰਾਂ, ਬਹੁਤ ਵੱਡਾ ਕੋਈ ਪੁੰਨ ਦਾ ਕਰਮ ਕਰਾਂ। ਹਾਂਜੀ। ਬਿਗਨ ਕੀਨ ਤਬ ਦੈਤਨ ਆਈ, ਮਖ ਕਰਨੇ ਤੇ ਦੀਨ ਹਟਾਈ। ਪਰ ਵਿਸ਼ਵਾਮਿੱਤਰ ਜੀ ਨੇ ਸੌਜ ਸਮੱਗਰੀ ਮੰਗਾ ਲਈ, ਜਗ ਕਰਨਾ ਸ਼ੁਰੂ ਕਰ ਦਿੱਤਾ। ਪਰ ਇਹਨੇ ਨੂੰ ਕੀ ਹੋਇਆ, ਰਾਖਸ਼ ਆਏ, ਉਹਨਾਂ ਨੇ ਵਿਘਨ ਪਾ ਦਿੱਤਾ। ਉਹਨਾਂ ਨੇ ਵਿਸ਼ਵਾਮਿੱਤਰ ਜੀ ਦਾ ਜਗ ਸੰਪੂਰਨ ਨਹੀਂ ਹੋਣ ਦਿੱਤਾ। ਉਹਦੀ ਜੋ ਵਿਧੀ ਵਤ ਮਰਿਆਦਾ ਸੀ ਉਹਦੇ ਵਿੱਚ ਉਹਨਾਂ ਨੇ ਖਲਲ ਪੈਦਾ ਕਰ ਦਿੱਤਾ ਰਾਖਸ਼ਾਂ ਨੇ। ਹਾਂਜੀ। ਬੈਠ ਮੁਨੀਸੁਰ ਕੀਨੋ ਧਿਆਨਾ, ਜਗਤ ਸਰਬ ਬਿਰਤੰਤ ਪਛਾਨਾ। ਇਹ ਜਿਹੜੇ ਵਿਸ਼ਵਾਮਿੱਤਰ ਜੀ ਸਨ ਉਹ ਧਿਆਨ ਲਾ ਕੇ ਬਹਿ ਗਏ, ਸਮਾਧੀ 'ਚ ਬਹਿ ਗਏ ਵੀ ਇਹ ਜਗ ਸੰਪੂਰਨ ਕਿਉਂ ਨਹੀਂ ਹੋਇਆ, ਇਹਦੇ 'ਚ ਵਿਘਨ ਕਿਉਂ ਪਿਆ, ਇਹਨੂੰ ਖੰਡਿਤ ਕਿਸ ਨੇ ਕੀਤਾ। ਉਹਦੇ ਵਿੱਚ ਫਿਰ ਉਹਨਾਂ ਦੇ ਜਿਹੜੀ ਧਿਆਨ ਵਿੱਚ ਗੱਲ ਆਉਂਦੀ ਹੈ। ਹਾਂਜੀ।
ਰਾਵਣ ਤੇ ਦੇਵਨ ਦੁਖ ਪਾਈ, ਗਏ ਅਕਾਲ ਪੁਰਖ ਸ਼ਰਨਾਈ। ਇਹ ਜਿਹੜੇ ਰਾਵਣ ਦੇ ਬੰਦੇ ਛੱਡੇ ਹੋਏ ਸਨ ਰਾਖਸ਼, ਉਹਨਾਂ ਨੇ ਦੇਵਤਿਆਂ ਨੂੰ ਦੁੱਖ ਦੇਣਾ ਸ਼ੁਰੂ ਕੀਤਾ ਹੋਇਆ। ਫਿਰ ਕੀ ਹੋਇਆ? ਜਿਹੜੇ ਵਿਸ਼ਵਾਮਿੱਤਰ ਜੀ ਸਨ, ਕਹਿੰਦੇ ਉਹ ਰੱਬ ਦੇ ਕੋਲ ਗਏ, ਉਹਦੀ ਦਰਗਾਹ ਵਿੱਚ ਉਹਨਾਂ ਨੇ ਫਰਿਆਦ ਕੀਤੀ। ਹਾਂਜੀ। ਭਾਖ ਪ੍ਰਸੰਸਾ ਬਿਨਤੀ ਕੀਨੀ, ਸ਼੍ਰੀ ਕਰਤਾਰ ਸਰਬ ਜਬ ਚੀਨੀ। ਆਖਿਆ ਵੀ ਮਹਾਰਾਜ ਧਰਤੀ ਦਾ ਹਾਲ ਤੇ ਬਹੁਤ ਮਾੜਾ ਹੈ। ਅਗਰ ਅੱਜ ਮੈਂ ਜੱਗ ਨਹੀਂ ਕਰ ਸਕਿਆ ਤੇ ਆਮ ਆਦਮੀ ਤੇ ਕੋਈ ਧਰਮ ਕਰਮ ਕਰ ਹੀ ਨਹੀਂ ਸਕੇਗਾ। ਵੇਖੋ, ਇਹ ਜਿਹੜੀਆਂ ਕਥਾਵਾਂ ਦੇ ਵਿੱਚ ਵੱਖਰੇ ਵੱਖਰੇ ਧਰਮਾਂ ਦੇ ਪ੍ਰਸੰਗ ਆਉਂਦੇ ਨੇ, ਇਹਦੇ ਤੋਂ ਬਿਨਾਂ ਵੀ ਆਪਾਂ ਵੇਖਿਆ ਕਿ ਜਦੋਂ ਮੁਗਲਿਆ ਸਲਤਨਤ ਸੀ ਉਦੋਂ ਵੀ ਇਦਾਂ ਹੀ ਸੀਗਾ। ਕੋਈ ਤੀਰਥਾਂ ਦੇ ਇਸ਼ਨਾਨ ਨਹੀਂ ਸੀ ਕਰ ਸਕਦਾ, ਕੋਈ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਸੀ ਕਰ ਸਕਦਾ, ਕੋਈ ਮੰਦਿਰ ਨਹੀਂ ਸੀ ਬਣਾ ਸਕਦਾ। ਕੋਈ ਬਣਾਉਂਦਾ ਸੀ ਮੰਦਿਰ ਤੇ ਢਾਹ ਦਿੱਤੇ ਜਾਂਦੇ ਸੀ, ਮੰਦਿਰ ਹੀ ਢਾਹ ਦਿੱਤੇ ਜਾਂਦੇ ਸੀ। ਇਸਲਾਮ ਦਾ ਜਿਹੜਾ ਸਮਾਂ ਸੀ ਉਹ ਕੋਈ ਬਹੁਤਾ ਵਧੀਆ ਨਹੀਂ ਸੀ। ਅਸਲ ਵਿੱਚ ਉਹਦਾ ਕਾਰਨ ਉਹੀ ਸੀ ਜਿਹੜਾ ਅੱਜ ਹੈ। ਅੱਜ ਵੀ ਤੁਸੀਂ ਵੇਖੋ ਕਿ ਜਿਹੜੇ ਅੱਜ ਦੇ ਹਾਕਮ ਨੇ, ਜੇ ਆਪਾਂ ਕਹੀਏ ਵੀ ਇਹ ਹਿੰਦੂ ਨੇ, ਇਹ ਹਿੰਦੂ ਨਹੀਂ ਹੈ। ਕੀ ਇਹ ਮੱਥੇ ਤੇ ਤਿਲਕ ਲਾਉਂਦੇ ਨੇ? ਪਤਾ ਕਰੋ ਕਿ ਕਿਹੜਾ ਮਿਨਿਸਟਰ ਹੈ ਜਿਹੜਾ ਮੱਥੇ ਤੇ ਤਿਲਕ ਲਾਉਂਦਾ ਹੋਵੇ। ਕੀ ਇਹ ਜਨੇਊ ਪਾਉਂਦੇ ਨੇ? ਕੀ ਇਹ ਧੋਤੀ ਬੰਨ੍ਹਦੇ ਨੇ ਤੇ ਪੈਂਟ ਕੋਟ ਪਾਈ ਫਿਰਦੇ ਨੇ 1.5 ਕਰੋੜ ਦਾ? ਕੀ ਇਹ ਰੋਜ਼ ਗਾਇਤਰੀ ਦਾ ਜਾਪ ਕਰਦੇ ਨੇ? ਕੀ ਸਵੇਰੇ ਉੱਠ ਕੇ ਇਹ ਸੂਰਜ ਨੂੰ ਪਾਣੀ ਦਿੰਦੇ ਨੇ? ਕੀ ਇਹ ਦੇਵਤਿਆਂ ਦੀ ਮੰਦਿਰ ਵਿੱਚ ਜਾ ਕੇ ਪੂਜਾ ਅਰਚਾ ਕਰਦੇ ਨੇ? ਨਾ। ਪਬਲਿਕ ਨੂੰ, ਸਮਾਜ ਨੂੰ, ਦੁਨੀਆ ਨੂੰ ਭਰਮਾਇਆ ਜਾ ਰਿਹਾ ਕਿ ਹਿੰਦੂ ਰਾਸ਼ਟਰਵਾਦ ਹੋਣਾ ਚਾਹੀਦਾ। ਜੇ ਆਪਾਂ ਇਹਨੂੰ ਦੂਜੇ ਸ਼ਬਦਾਂ 'ਚ ਕਹੀਏ ਤੇ ਮੁਗਲ ਵੀ ਤੇ ਇਦਾਂ ਹੀ ਕਰਦੇ ਸੀ। ਮੁਗਲ ਕੀ ਕਰਦੇ ਸੀ? ਜਿੰਨੇ ਮੁਗਲ ਬਾਦਸ਼ਾਹ ਹੋਏ ਨੇ, ਕਿ ਉਹ ਰੋਜ਼ ਕੁਰਾਨ ਸ਼ਰੀਫ ਪੜ੍ਹਦੇ ਸੀ? ਕਿ ਹੱਕ ਹਲਾਲ ਦੀ ਰੋਟੀ ਖਾਂਦੇ ਸੀ? ਇਸਲਾਮ ਦੇ ਵਿੱਚ ਕੀ ਜ਼ੁਲਮ ਜਿਹੜਾ ਹੈ, ਕੀ ਇਹ ਵਾਜਬ ਹੈ? ਨਹੀਂ। ਫਿਰ ਉਹ ਕਿਉਂ ਕਰਦੇ ਸੀ? ਇਹਨੂੰ ਕਹਿੰਦੇ ਨੇ ਹਾਥੀ ਕੇ ਦਾਂਤ, ਦਿਖਾਣੇ ਕੋ ਔਰ ਖਾਣੇ ਕੋ ਔਰ। ਇੱਕ ਵੇਲਾ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਇੱਦਾਂ ਦੇ ਪੱਤੇ ਵੀ ਖੇਡੇ ਗਏ, ਕਦੇ ਬੋਲੀ ਦੇ, ਕਦੇ ਜਾਤ ਦੇ, ਹੁਣ ਧਰਮ ਦੇ ਨਾਂ ਤੇ ਖੇਡਿਆ ਜਾ ਰਿਹਾ। ਮਤਲਬ ਅਜੀਬੋ ਗਰੀਬ ਸ਼ਬਦ ਆਪਾਂ ਸੁਣੇ ਨੇ ਕਿ ਜਿਹੜਾ ਹੁਣ ਇੱਧਰ ਵੋਟ ਪਾਏਗਾ ਉਹ ਰਾਮਜ਼ਾਦਾ ਹੋਏਗਾ, ਜਿਹੜਾ ਨਹੀਂ ਪਾਏਗਾ ਉਹਦੇ ਲਈ ਉਲਟਾ ਸ਼ਬਦ, ਪੁੱਠਾ ਸ਼ਬਦ ਬੋਲਿਆ ਗਿਆ। ਉਹ ਆਪਾਂ ਇੱਥੇ ਬੈਠ ਕੇ ਬੋਲ ਵੀ ਨਹੀਂ ਸਕਦੇ। ਕੀ ਪੁੱਛਿਆ ਜਾਏ ਵੀ ਧਰਮ ਇਹੀ ਕਹਿੰਦਾ ਹੈ ਕਿ ਤੁਸੀਂ ਸਟੇਜ ਤੇ ਟੀਵੀ ਤੇ ਬਹਿ ਕੇ ਯਹ ਉਗਲੋਗੇ ਤੇ ਧਰਮ ਪੱਕਾ ਹੋਏਗਾ? ਨਹੀਂ। ਮਜਬ ਨਹੀਂ ਸਿਖਾਤਾ ਆਪਸ में बैर रखना। देखो, जे आप कहिए जी मुसलमान, मुसलमान तो अकबर भी सी, कला औरंगजेब तो मुसलमान नहीं सीगा। जहांगीर दा प्यो अकबर जिहड़ा वो मुसलमान नहीं सी, वो भी मुसलमान सी। कि कला वजीर खां सूबा ही मुसलमान है, मलेरकोटले दा नवाब भी मुसलमान है। जिहड़ा मोहम्मद शेर खां है, कि वो मुसलमान नहीं? कि नबी खां, गनी खां मुसलमान नहीं?
ਇਹ ਇੱਕ ਵਕਤ ਜਿਹੜਾ ਹਰ ਵੇਲੇ ਇਸੇ ਤਰ੍ਹਾਂ ਹੀ ਇਹ ਆਪਣੇ ਆਪ ਨੂੰ ਦੁਹਰਾਉਂਦਾ ਹੈ। ਵਿਸ਼ਵਾਮਿੱਤਰ ਜੀ ਨੇ ਵੇਖਿਆ ਵੀ ਜਿਹੜੇ ਰਾਵਣ ਦੇ ਦੈਂਤ ਨੇ ਉਹ ਦੇਵਤਿਆਂ ਨੂੰ ਦੁੱਖ ਦਿੰਦੇ ਨੇ, ਉਹ ਧਰਮ ਕਰਮ ਵੀ ਨਹੀਂ ਕਰਨ ਦਿੰਦੇ। ਉਹ ਜੇ ਕੋਈ ਰੱਬ ਦੀ ਭਗਤੀ ਕਰਨ ਲੱਗੇ ਤੇ ਉਹਦੇ ਵਿੱਚ ਵੀ ਆ ਕੇ ਕੋਈ ਨਾ ਕੋਈ ਅੜੰਗਾ ਪਾਉਂਦੇ ਨੇ, ਕੋਈ ਨਾ ਕੋਈ ਅੜਿੱਕਾ ਢਾਹ ਦਿੰਦੇ ਨੇ। ਤੋ ਵਿਸ਼ਵਾਮਿੱਤਰ ਜੀ ਨੇ ਬੇਨਤੀ ਕੀਤੀ ਵੀ ਪ੍ਰਮਾਤਮਾ ਕੋਈ ਉਪਾਅ ਕਰੋ ਇਹਨਾਂ ਰਾਖਸ਼ਾਂ ਦਾ। ਹਾਂਜੀ। ਤਬ ਸ਼੍ਰੀ ਬਿਸ਼ਨ ਧਰਿਓ ਅਵਤਾਰਾ, ਦੈਂਤ ਸਰਬ ਕੋ ਕਰੇ ਸ਼ਿੰਗਾਰਾ। ਤਦੋਂ ਫਿਰ ਇਹ ਵਿਸ਼ਨੂੰ ਜੀ ਦੇ ਅਵਤਾਰ ਸ਼੍ਰੀ ਰਾਮਚੰਦਰ ਜੀ ਦਾ ਜਨਮ ਹੋਇਆ। ਉਸ ਵਕਤ ਇਹ ਵੱਖਰੇ ਵੱਖਰੇ ਅਵਤਾਰ ਹੋਏ ਨੇ। ਸਮੇਂ ਸਮੇਂ ਅਵਤਾਰ ਜਿਹੜੇ ਸੀ, ਵਿਸ਼ਨੂੰ ਜੀ ਨੇ ਕਈ ਅਵਤਾਰ ਧਾਰਨ ਕੀਤੇ। ਇਹ ਸਨਾਤਨ ਮਤ ਦੇ ਵਿੱਚ ਮੰਨਿਆ ਗਿਆ ਹੈ। ਹਾਂਜੀ। ਕਰ ਕਹਿ ਧਿਆਨ ਲਖਿਓ ਅਸ ਜਬ ਹੀ, ਆਇਓ ਅਯੁੱਧਿਆ ਮੁਨਵਰ ਤਬ ਹੀ। ਫਿਰ ਇਹ ਜਿਹੜੇ ਵਿਸ਼ਵਾਮਿੱਤਰ ਜੀ ਸਨ ਇਹ ਅਯੁੱਧਿਆ ਵਿੱਚ ਆਏ। ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਵਿਸ਼ਨੂੰ ਜੀ ਦੇ ਅਵਤਾਰ ਨੇ ਉਹਨਾਂ ਦਾ ਜਨਮ ਇੱਥੇ ਹੋਇਆ। ਹਾਂਜੀ। ਨ੍ਰਿਪ ਨੈ ਸਨਮਾਨਿਓ ਕਰ ਬੰਦਨ, ਕੀਨੋ ਜਾਚਨ ਜੇਸ਼ਟ ਨੰਦਨ। ਰਾਜੇ ਦਸ਼ਰਥ ਨੇ ਵਿਸ਼ਵਾਮਿੱਤਰ ਜੀ ਦਾ ਬੜਾ ਸਨਮਾਨ ਕੀਤਾ ਤੇ ਵਿਸ਼ਵਾਮਿੱਤਰ ਕਹਿਣ ਲੱਗਾ ਜੀ ਮੈਨੂੰ ਆਪਣਾ ਵੱਡਾ ਪੁੱਤਰ ਦਿਓ, ਮੈਨੂੰ ਲੋੜ ਹੈ ਇਹਦੀ। ਇੱਥੋਂ ਇਦਾਂ ਲੱਗਦਾ ਕਿ ਸ਼ਾਇਦ ਦਸ਼ਰਥ ਨੂੰ ਨਹੀਂ ਸੀ ਪਤਾ ਕਿ ਜਿਹੜਾ ਉਹਦਾ ਵੱਡਾ ਪੁੱਤਰ ਹੈ ਉਹ ਅਵਤਾਰੀ ਪੁਰਖ ਹੈ। ਹਾਂਜੀ। ਲੇ ਨ੍ਰਿਪ ਤੇ ਰਘੂ ਬਰ ਬਰਿਆਈ, ਆਸ਼ਰਮ ਗਮਨਿਓ ਹਰਖ ਬਡਾਈ। ਇਹ ਜਿਹੜਾ ਵਿਸ਼ਵਾਮਿੱਤਰ ਸੀ ਇਹ ਰਾਮਚੰਦਰ ਜੀ ਨੂੰ ਲੈ ਕੇ ਆਪਣੇ ਆਸ਼ਰਮ ਦੇ ਵਿੱਚ ਚਲਾ ਗਿਆ, ਬੜਾ ਖੁਸ਼ ਕਿ ਮੇਰੇ ਘਰ ਮੇਰੇ ਆਸ਼ਰਮ ਦੇ ਵਿੱਚ ਵਿਸ਼ਨੂੰ ਜੀ ਦੇ ਅਵਤਾਰ ਆਏ ਨੇ। ਮਾਰਗ ਬਿਖੇ ਤਾਰਕਾ ਮਾਰੀ, ਦੋਏ ਦੈਂਤ ਆਏ ਬਲ ਭਾਰੀ। ਰਸਤੇ ਦੇ ਵਿੱਚ ਤਾਰਕਾ ਜਿਹੜੀ ਸੀ, ਤਾੜਕਾ ਵੀ ਉਹਨੂੰ ਕਹਿ ਦਿੰਦੇ ਆਪਾਂ, ਪਹਿਲਾਂ ਉਹਦਾ ਵੱਧ ਕੀਤਾ ਗਿਆ। ਉਹਦੀ ਮਦਦ ਦੇ ਵਿੱਚ ਦੋ ਰਾਖਸ਼ ਆਉਂਦੇ ਨੇ। ਹਾਂਜੀ। ਬਿਨ ਫਰ ਸਰ ਮਰੀਚ ਕੈ ਮਾਰਾ, ਜਾਏ ਪਰਿਓ ਲੰਕਾ ਕੇ ਦਵਾਰਾ। ਇੱਥੋਂ ਫਿਰ ਇਹ ਦੋ ਰਾਖਸ਼ ਜਿਹੜੇ ਸੀ ਇਹਨਾਂ ਦਾ ਵੱਧ ਕੀਤਾ ਗਿਆ। ਇਹ ਨਾਮ ਹੈ, ਇਹ ਫਰ ਤੇ ਸਰ। ਜਾਏ ਪਰਿਓ ਲੰਕਾ ਕੇ ਦਵਾਰਾ। ਹੁਣ ਇਹ ਜਿਹੜੇ ਨੇ ਇਹਨਾਂ ਨੇ ਜਾ ਕੇ ਤੇ ਲੰਕਾ ਦੇ ਵਿੱਚ ਫਰਿਆਦ ਕੀਤੀ ਹੈ। ਹਾਂਜੀ। ਹਨਿਉ ਸੁਬਾਹ ਰਾਮ ਪੁਨ ਤੂਰਨ, ਰਿਖਵਾਰ ਕੀਨੋ ਮਖ ਸੰਪੂਰਨ। ਆਖਿਆ ਕਿ ਜਿਹੜੇ ਰਾਮਚੰਦਰ ਨੇ ਉਹਨਾਂ ਨੇ ਬਾਹੂ ਨਾਮੀ ਦੈਤ ਜਿਹੜਾ ਹੈ ਉਸ ਦਾ ਵੱਧ ਕਰ ਦਿੱਤਾ ਹੈ। ਰੇਖਵਰ ਕੀਨੋ ਮਖ ਸੰਪੂਰਨ। ਤੇ ਉਹ ਜਿਹੜਾ ਵਿਸ਼ਵਾਮਿੱਤਰ ਹੈ ਉਹਨੇ ਆਪਣਾ ਜੱਗ ਪੂਰਾ ਕਰ ਲਿਆ। ਹਾਂਜੀ। ਤਹਿ ਛਿਨ ਜਨਕ ਦੂਤ ਚਲ ਆਵਾ, ਸੁਤਾ ਸੁਵੰਬਰ ਜਾਹਿਰ ਚਾਵਾ। ਤਹਿ ਛਿਨ ਜਨਕ ਦੂਤ ਚਲ ਆਵਾ, ਸੁਤਾ ਸੁਵੰਬਰ ਜਾਹਿਰ ਚਾਵਾ। ਤਹਿ ਛਿਨ ਜਨਕ ਦੂਤ ਚਲ ਆਵਾ। ਇਹਨੇ ਨੂੰ ਰਾਜੇ ਜਨਕ ਦਾ ਦੂਤ ਜਿਹੜਾ ਹੈ ਉਹ ਵਿਸ਼ਵਾਮਿੱਤਰ ਜੀ ਕੋਲ ਆਉਂਦਾ ਕਿ ਮੁਨੀ ਜੀ, ਰਾਜੇ ਜਨਕ ਨੇ ਆਪਣੀ ਧੀ ਦਾ ਸਵੰਬਰ ਰਚਿਆ। ਹੁਣ ਵੇਖੋ ਕਿੰਨੀ ਅਮੀਰ ਪ੍ਰਥਾ ਸੀ ਹਿੰਦੁਸਤਾਨ ਦੀ ਕਿ ਬਕਾਇਦਾ ਸ਼ਰਤਾਂ ਦੇ ਅਧੀਨ ਧੀ ਦਾ ਵਿਆਹ ਕੀਤਾ ਜਾਂਦਾ ਸੀ। ਯੋਗ ਵਰ ਜਿਹੜਾ ਸੀ
ਉਹ ਲੱਭਿਆ ਜਾਂਦਾ ਸੀ, ਉਹਦੀ ਪਰਖ ਕੀਤੀ ਜਾਂਦੀ ਸੀ, ਔਰ ਉਹਨੂੰ ਕਹਿ ਦਿੰਦੇ ਸੀ ਵੀ ਸਵੰਬਰ ਹੈ ਜੀ। ਹਾਂਜੀ। ਲੀਨ ਮੁਨੀ ਸੰਗ ਦੋਨੋਂ ਪਾਈ, ਗਇਓ ਬਦੇਹ ਨਗਰ ਜਿਹ ਥਾਈ। ਲੀਨ ਮੁਨੀ ਸੰਗ ਦੋਨੋਂ ਭਾਈ, ਇਹ ਜਿਹੜੇ ਵਿਸ਼ਵਾਮਿੱਤਰ ਜੀ ਸਨ, ਇਹ ਸ਼੍ਰੀ ਰਾਮਚੰਦਰ ਜੀ ਤੇ ਲਕਸ਼ਮਣ ਨੂੰ ਲੈ ਕੇ ਇਹ ਰਾਜੇ ਜਨਕ ਦੇ ਦੇਸ਼ ਚਲੇ ਗਏ, ਜਿੱਥੇ ਰਾਜੇ ਨੇ ਆਪਣੀ ਧੀ ਦੇ ਵਿਆਹ ਦਾ ਸਵੰਬਰ ਰਚਿਆ ਸੀ। ਇੱਕ ਸ਼ਰਤ ਰੱਖੀ ਜਾਂਦੀ ਸੀ ਕਿ ਦੁਨੀਆ ਦੇ ਵਿੱਚੋਂ ਕੋਈ ਵੀ ਰਾਜਕੁਮਾਰ ਜੇ ਸ਼ਰਤ ਪੂਰੀ ਕਰੇਗਾ ਤੇ ਮੇਰੀ ਧੀ ਦਾ ਵਿਆਹ ਉਹਦੇ ਨਾਲ ਕੀਤਾ ਜਾਏਗਾ। ਪਰ ਸ਼ਰਤ ਜਿਹੜਾ ਹੁੰਦੇ ਸੀ, ਕੁਝ ਯੋਗਤਾ ਮੰਨੀ ਜਾਂਦੀ ਸੀ। ਹਾਂਜੀ। तेह बहु भूपन गयो समाजा, तन तोरण को सरयो न काजा। ਉੱਥੇ ਇੱਕ ਧਨੁਸ਼ ਰੱਖਿਆ ਗਿਆ ਕਿ ਜਿਹੜਾ ਉਸ ਧਨੁਸ਼ ਨੂੰ ਤੋੜਦਾ ਹੈਗਾ ਉਹਦੇ ਗਲ ਵਿੱਚ ਵਿਜੇ ਮਾਲਾ ਪਾ ਦਿੱਤੀ ਜਾਏਗੀ। ਉਹ ਸ਼ਬਦ ਵਿਜੇ ਮਾਲਾ ਹੈ, ਅਸੀਂ ਉਹਦੀ ਬਣਾ ਲਈ ਜੈ ਮਾਲਾ। ਤੇ ਹਾਲਾਤ ਇਹ ਬਣ ਗਏ ਵੀ ਜਿਹੜੇ ਮੁੰਡੇ ਨੂੰ 5-7 ਬੰਦੇ ਘੋੜੀ ਤੇ ਫੜ ਕੇ ਚੜਾਉਣ, ਉਹ ਵੀ ਇਸ ਗੱਲ ਤੇ ਅੜਿਆ ਹੁੰਦਾ ਹੈ ਕਿ ਜੈਮਾਲਾ ਤਾਂ ਜ਼ਰੂਰ ਪਾਉਣੀ ਹੈ ਜੀ, ਲਾਵਾਂ ਮੇਰੀਆਂ ਹੋਣ ਭਾਵੇਂ ਨਾ ਹੋਣ। ਤੁਸੀਂ ਵੇਖਿਆ ਹੀ ਹੈ ਵੀ ਅੱਜ ਕੱਲ੍ਹ ਮੁੰਡਾ ਘੋੜੀ ਤੇ ਕਿਵੇਂ ਚੜ੍ਹਦਾ ਹੈ, ਚੁੱਕ ਚਕਾ ਕੇ ਫੜ ਫੜਾ ਕੇ, ਕਿਰਪਾਨ ਉਹਨੇ ਪੁੱਠੀ ਫੜੀ ਹੁੰਦੀ ਹੈ। ਪਰ ਜੈਮਾਲਾ ਜ਼ਰੂਰ ਪਾਉਣੀ ਹੈ। ਉਹ ਜੈਮਾਲਾ ਨਹੀਂ ਭਰਾਵਾ, ਵਿਜੇ ਮਾਲਾ ਹੁੰਦੀ ਸੀ। ਤੇ ਵਿਜੇ ਮਾਲਾ ਉਹਦੇ ਗਲ ਪੈਂਦੀ ਸੀ ਜਿਹੜਾ ਲੜਕੀ ਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਜਾਂ ਲੜਕੀ ਦੇ ਬਾਪ ਦੀਆਂ। ਹੁਣ ਉਹ ਗੱਲਾਂ ਤੇ ਸਾਰੀਆਂ ਖੂਜ ਪੈ ਗਈਆਂ, ਨਕਲਾਂ ਅਸੀਂ ਕਰਦੇ ਹਾਂ। ਉਹ ਜਿਵੇਂ ਉਹ ਬੰਬੇ ਵਾਲੇ ਨੇ, ਉਹ ਐਕਟਿੰਗ ਹੀ ਕਰਦੇ ਨੇ ਨਾ। ਵੇਖੋ, ਰੀਅਲ ਔਰ ਰੀਲ ਵਿੱਚ 10 ਬਹੁਤ ਵਾਰੀ ਬੇਨਤੀ ਕਰਦੇ ਵੀ ਬੜਾ ਫਰਕ ਹੈ। ਰੀਅਲ ਅਸਲੀਅਤ ਕੁਛ ਹੋਰ ਹੈ, ਪਰ ਰੀਲ ਉਹ ਇੱਕ ਫੀਤਾ ਹੈ ਫਿਲਮ ਦਾ। ਅੱਜ ਉਹ ਹੀ ਚੱਲਦੀ ਹੈ ਸਾਰੀਆਂ ਥਾਵਾਂ ਤੇ, ਭਾਵੇਂ ਟੀਵੀ ਤੇ ਬਹਿ ਜਾਓ, ਭਾਵੇਂ ਕਿਸੇ ਥੀਏਟਰ ਚਲੇ ਜਾਓ, ਐਕਟਿੰਗ ਹੋ ਰਹੀ ਹੈ। ਆਪਾਂ ਵੀ ਉਸੇ ਨਕਲ ਦੇ ਵਿੱਚ ਪ੍ਰਵਿਰਤ ਹੈਗੇ ਆ ਵੀ ਜੈਮਾਲਾ ਜ਼ਰੂਰ ਪਾਉਣੀ ਹੈ, ਘੋੜੀ ਭਾਵੇਂ ਮੁੰਡਾ ਚੜ੍ਹੇ ਨਾ ਚੜ੍ਹ ਸਕੇ। ਪਰ ਇੱਕ ਵੇਲਾ ਸੀ ਕਿ ਬਕਾਇਦਾ ਇੱਕ ਸ਼ਰਤ ਰੱਖ ਕੇ ਰਾਜਕੁਮਾਰ ਬੁਲਾਏ ਜਾਂਦੇ ਸੀ। ਜਿਹੜਾ ਸ਼ਰਤ ਪੂਰੀ ਕਰਦਾ ਸੀ, ਵਿਆਹੁਣ ਵਾਲੀ ਲੜਕੀ ਆਪ ਜਾ ਕੇ ਉਹਦੇ ਗਲ ਵਿੱਚ ਵਿਜੇ ਮਾਲਾ ਪਾਉਂਦੀ ਸੀ ਵੀ ਤੂੰ ਭਾਈ ਜਿੱਤ ਗਿਆ ਔਰ ਮੈਂ ਤੇਰੀ ਹੋ ਗਈ। ਔਰ ਉਸ ਤੋਂ ਬਾਅਦ ਬਕਾਇਦਾ ਉਹਦਾ ਵਿਆਹ ਹੁੰਦਾ ਸੀ। ਕੇਵਲ ਇੰਨਾ ਨਹੀਂ, ਉਸ ਤੋਂ ਬਾਅਦ ਬਾਕੀ ਸਾਰੇ ਸਗਨ ਵਿਹਾਰ ਉਸ ਤੋਂ ਬਾਅਦ ਕੀਤੇ ਜਾਂਦੇ ਸੀ। ਰਾਜੇ ਜਨਕ ਨੇ ਵੀ ਸ਼ਰਤ ਰੱਖੀ ਹੈ ਵੀ ਜੋ ਕੋਈ ਧਨੁਸ਼ ਤੋੜੇਗਾ ਉਹਦੇ ਗਲ ਵਿੱਚ ਮੇਰੀ ਧੀ ਜਿਹੜੀ ਹੈ ਉਹ ਵਿਜੇ ਮਾਲਾ ਪਾਏਗੀ। ਹਾਂਜੀ। ਮੁਨਰ ਜਾਹਤੇ ਉਠੇ ਰਘੁਵੇਸਾ, ਭੰਜਿਓ ਚਾਂਪੈ ਪਿਖਤ ਨਰੇਸਾ। ਕਹਿੰਦੇ ਨੇ ਵੀ ਉੱਥੇ ਰਾਵਣ ਵਰਗੇ ਲੋਕ ਵੀ ਆਏ ਸੀ, ਉਹਨਾਂ ਨੇ ਵੀ ਯਤਨ ਕੀਤਾ ਧਨੁਸ਼ ਨੂੰ ਤੋੜਨ ਦਾ, ਨਹੀਂ ਟੁੱਟਿਆ। ਫਿਰ ਵਿਸ਼ਵਾਮਿੱਤਰ ਨੇ ਸ਼੍ਰੀ ਰਾਮਚੰਦਰ ਜੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਜਾਓ ਔਰ ਤੁਸੀਂ ਜਾ ਕੇ ਤੋੜੋ, ਤੁਸੀਂ ਵੀ ਤਾਂ ਰਾਜੇ ਦਸ਼ਰਥ ਦੇ ਬੇਟੇ ਹੋ, ਰਾਜਕੁਮਾਰ ਹੋ। ਹਾਂਜੀ। ਜਨਕ ਸੁਤਾ ਸੀਤਾ ਜਿਹ ਨਾਮੂ, ਫੂਲ ਮਾਲ ਡਾਰੀ ਗਰ ਰਾਮੂ। ਭੰਜਿਓ ਚਾਂਪੈ ਪਿਖਤ ਨਰੇਸ਼ਾ। ਰਾਜੇ ਜਨਕ ਦੇ ਵੇਖਦਿਆਂ ਸ਼੍ਰੀ ਰਾਮਚੰਦਰ ਨੇ ਧਨੁਸ਼ ਤੋੜ ਦਿੱਤਾ। ਰਾਜੇ ਦੀ ਬੇਟੀ ਜਿਹੜੀ ਸੀਤਾ ਸੀ, ਉਹਨੇ ਆ ਕੇ ਫੁੱਲਾਂ ਦੀ ਮਾਲਾ ਸ਼੍ਰੀ ਰਾਮ ਜੀ ਦੇ ਗਲੇ ਵਿੱਚ ਪਾ ਦਿੱਤੀ।
ਹਾਂਜੀ। ਬਹੁਰੂ ਦਸਰਥ ਲੀਨ ਬੁਲਾਈ, ਸੱਜ ਬਰਾਤ ਆਏ ਤੇਹ ਥਾਈ। ਫਿਰ ਰਾਜੇ ਜਨਕ ਨੇ ਰਾਜੇ ਦਸ਼ਰਥ ਨੂੰ ਬੁਲਾਇਆ, ਬਕਾਇਦਾ ਬਰਾਤ ਆਉਂਦੀ ਹੈ, ਵਿਧੀਵਤ ਸੀਤਾ ਜੀ ਦਾ ਸ਼੍ਰੀ ਰਾਮ ਜੀ ਦਾ ਵਿਆਹ ਕੀਤਾ ਜਾਂਦਾ ਹੈ। ਹਾਂਜੀ। ਚਾਰ ਪੁੱਤਰ ਕੋ ਕੀਨ ਬਿਆਹਾ, ਭਾਂਤੇ ਤਹਿ ਛਿਨ ਅਤਿਸ਼ੇ ਉਤਸ਼ਾਹ। ਇੱਥੇ ਹੀ ਕਵੀ ਜੀ ਲਿਖਦੇ ਨੇ ਕਿ ਚਾਰੇ ਪੁੱਤਰਾਂ ਦਾ ਵਿਆਹ ਜਿਹੜਾ ਸੀ ਉਹ ਸੰਪੂਰਨ ਹੁੰਦਾ ਹੈ। ਚਾਰ ਪੁੱਤਰ ਕੋ ਕੀਨ ਵਿਵਾਹਾ, ਭਾਤੇ ਛਿਨ ਅਤਿਸ਼ੈ ਉਤਸ਼ਾਹ। ਇੱਕ ਵਿਆਹ ਦੇ ਵਿੱਚ ਚਾਰ ਵਿਆਹ ਪੂਰੇ ਹੋ ਗਏ, ਚਾਰੋਂ ਭਰਾ ਹੀ ਵਿਆਹੇ ਗਏ, ਬੜਾ ਵੱਡਾ ਉਤਸਵ ਹੋਇਆ। ਜਨਕ ਵੀ ਰਾਜਾ ਸੀ, ਦਸ਼ਰਥ ਵੀ ਰਾਜਾ ਸੀ। ਹਾਂਜੀ। ਨਗਰ ਉਜਦਿਆ ਪੁਨ ਚਲ ਆਏ, ਕਿਤਕ ਦਿਵਸ ਜਬ ਬਿਤੇ ਬਿਤਾਏ। ਇਸ ਤਰ੍ਹਾਂ ਪੁੱਤਰਾਂ ਨੂੰ ਵਿਆਹ ਕੇ ਰਾਜਾ ਦਸ਼ਰਥ ਫਿਰ ਵਾਪਸ ਆਪਣੇ ਰਾਜ ਅਯੁੱਧਿਆ ਵਿੱਚ ਆ ਗਿਆ। ਬਹੁਤ ਸਮਾਂ ਇਸ ਤਰ੍ਹਾਂ ਖੁਸ਼ੀ ਵਿੱਚ ਬਤੀਤ ਹੁੰਦਾ ਗਿਆ। ਹਾਂਜੀ। ਭਰਤ ਬਦੇਸ਼ ਕੀਨ ਤਬ ਗਵਨੰ, ਰਘੂ ਬਾਰ ਰੁਚਰ ਬਿਰਾਜੇ ਭਵਨੰ। ਭਰਤ ਬਦੇਸ਼ ਕੀਨ ਤਬ ਗਵਨ, ਜਿਹੜਾ ਭਰਤ ਸੀ ਉਹ ਵਿਦੇਸ਼ ਚਲਾ ਗਿਆ, ਤੇ ਜਿਹੜੇ ਰਾਮਚੰਦਰ ਜੀ ਸਨ ਉਹ ਅਯੁੱਧਿਆ ਹੀ ਰਹੇ। ਹਾਂਜੀ। ਦਸਰਥ ਆਪਨ ਅਵਸਥਾ ਦੇਖੀ, ਦੇਹੋਂ ਰਾਜ ਸੁਤ ਚਾਹੇ ਬਸੇਖੀ। ਰਾਜੇ ਦਸ਼ਰਥ ਨੇ ਫੈਸਲਾ ਕੀਤਾ ਕਿ ਮੇਰੀ ਉਮਰ ਵੱਡੀ ਹੈ ਤੇ ਕਿਉਂ ਨਾ ਹੋਵੇ ਮੈਂ ਆਪਣਾ ਰਾਜ ਭਾਗ ਜਿਹੜਾ ਹੈ ਉਹ ਆਪਣੇ ਵੱਡੇ ਪੁੱਤਰ ਨੂੰ ਰਾਮ ਜੀ ਨੂੰ ਸੌਂਪ ਦਿਆਂ। ਹਾਂਜੀ। ਅਬ ਖੇਕਣ ਕੋ ਸਮਾ ਵਿਚਾਰੀ, ਸਰਬ ਸੌਜ ਕੀਨੀ ਜਬ ਤਿਆਰੀ। ਬਕਾਇਦਾ ਜਿਹੜੇ ਜੋਤਸ਼ੀ ਸਨ, ਜਿਹੜੇ ਪੰਡਤ ਲੋਕ ਸਨ, ਉਹਨਾਂ ਨੇ ਸਮੇਂ ਦੀ ਵਿਚਾਰ ਕੀਤੀ ਕਿ ਇਹ ਸਮਾਂ, ਇਹ ਯੋਗ ਠੀਕ ਹੈ, ਇਸ ਵੇਲੇ ਇਹ ਰਾਜ ਤਿਲਕ ਹੋਣਾ ਚਾਹੀਦਾ। ਹੁਣ ਵੇਖੋ, ਜੇ ਪਤਾ ਹੁੰਦਾ ਕਿ ਤੇ ਹੋਣਾ ਹੀ ਨਹੀਂ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਰਾਜਾ ਇਹਦਾ ਕੀ ਫਾਇਦਾ। ਪਤਾ ਉਹਨਾਂ ਨੂੰ ਵੀ ਨਹੀਂ ਸੀਗਾ। ਇੱਕ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ। ਅਬ ਖੇਕਨ, ਅਬ ਖੇਕਨ ਤੋਂ ਭਾਵ ਹੈ ਉਹ ਲੋਕ ਜਿਹੜੇ ਰਾਜ ਤਿਲਕ ਦਿੰਦੇ ਨੇ, ਜਿਹੜੇ ਸਮੇਂ ਨੂੰ ਸੋਧਦੇ ਨੇ, ਮਹੂਰਤ ਕੱਢਦੇ ਨੇ ਕਿ ਇਹ ਵਕਤ ਠੀਕ ਹੈ। ਸਮਾਂ ਨਿਸ਼ਚਿਤ ਹੋ ਗਿਆ ਕਿ ਇਸ ਵਕਤ ਰਾਜੇ ਦਸ਼ਰਥ ਦੇ ਵੱਡੇ ਪੁੱਤਰ ਨੂੰ ਜਿਹੜਾ ਰਾਜ ਤਿਲਕ ਹੈ ਉਹ ਲਗਾਇਆ ਜਾਏਗਾ। ਹਾਂਜੀ। ਸੁਣਤ ਕਹਿ ਕਈ ਕੋ ਮਨ ਸ਼ੋਭਾ, ਰਾਜ ਲੈਨ ਸੁਤ ਕੋ ਪਾਲੋਬਾ। ਜਿਹੜੀ ਕਕਈ ਸੀ ਰਾਜੇ ਦਸ਼ਰਥ ਦੀ, ਜਿਹੜੀ ਦੂਜੇ ਨੰਬਰ ਦੀ ਰਾਣੀ ਸੀ, ਉਹਨੇ ਇਸ ਗੱਲ ਦੀ ਈਰਖਾ ਕੀਤੀ ਕਿ ਪਹਿਲਾਂ ਮੈਂ ਦੂਜੇ ਨੰਬਰ ਤੇ ਰਹੀ, ਹੁਣ ਸਾਰੀ ਉਮਰ ਮੇਰਾ ਪੁੱਤਰ ਵੀ ਦੂਜੇ ਨੰਬਰ ਤੇ ਹੀ ਰਹੇਗਾ। ਤੇ ਅੱਗੋਂ ਰਾਜੇ ਦਸ਼ਰਥ ਦੇ ਵੱਡੇ ਪੁੱਤਰ ਰਾਮ ਦੇ ਵਾਂਗ, ਜਿਹੜਾ ਰਾਮ ਦਾ ਵੱਡਾ ਪੁੱਤਰ ਹੋਏਗਾ ਉਹ ਰਾਜਾ ਬਣ ਜਾਏਗਾ, ਮੇਰੇ ਪੁੱਤਰ ਨੂੰ ਜਾਂ ਮੇਰੀ ਵੰਸ਼ ਨੂੰ ਤਾਂ ਰਾਜ ਮਿਲੇਗਾ ਹੀ ਨਹੀਂ। ਉਹਨੇ ਇਸ ਗੱਲ ਦੀ ਈਰਖਾ ਕੀਤੀ, ਉਹ ਰੁੱਸ ਕੇ ਬਹਿ ਗਈ ਆਪਣੇ ਮਹਿਲਾਂ ਵਿੱਚ। ਹਾਂਜੀ। ਜਬ ਭੂਪਤ ਤਹਿ ਪਵਨ ਪਧਾਰਾ, ਰਹੀ ਰੂਠ ਨਹਿ ਬਚਨ ਉਚਾਰਾ। ਰਾਜਾ ਕਕਈ ਨੂੰ ਪਿਆਰ ਕਰਦਾ ਸੀ। ਹੁਣ ਇਹ ਜਦੋਂ ਮਹਿਲਾਂ ਵਿੱਚ ਗਿਆ ਤੇ ਉਹਨੇ ਇਸ ਨੂੰ ਬੁਲਾਇਆ ਤੱਕ ਵੀ ਨਹੀਂ, ਇਹਨੇ ਆਪਣਾ ਰੋਸ ਪ੍ਰਗਟ ਕੀਤਾ। ਹਾਂਜੀ। ਬਿਸਮਾਨਿਓ ਨ੍ਰਿਪ ਲਖ ਭੈ ਨਾਰੀ, ਚੰਦ ਬਦਨ ਹੈ ਪ੍ਰਾਨ ਪਿਆਰੀ।
ਰਾਜਾ ਬੜਾ ਹੈਰਾਨ ਹੋਇਆ ਵੀ ਕਦੇ ਇਸ ਤਰ੍ਹਾਂ ਹੋਇਆ ਤਾਂ ਨਹੀਂ ਮੇਰੇ ਪਰਿਵਾਰ ਵਿੱਚ। ਅਖੀਰ ਉਹਨੇ ਜਾ ਕੇ ਕਿਹਾ ਵੀ ਹੇ ਚੰਦ ਬਦਨ, ਚੰਦਰਮਾ ਵਰਗੀ ਮੇਰੀ ਸੁੰਦਰ ਰਾਣੀ, ਵੀ ਤੈਨੂੰ ਹੋਇਆ ਕੀ ਹੈ? ਰੁੱਸਣ ਦਾ ਕਾਰਨ ਕੀ ਹੈ? ਮੇਰੇ ਨਾਲ ਨਾ ਬੋਲਣ ਦਾ ਕੀ ਕਾਰਨ ਹੈ? ਹਾਂਜੀ। ਚਾਹੋ ਜੋ ਲਿਹੋ ਕਰੋ ਕਿਉ ਰੋਸੂ, ਕਿਹ ਨਹਿ ਕੀਨ ਆਜ ਤਬ ਦੋਸ਼ੂ। ਕੀ ਅੱਜ ਕਿਸੇ ਨੇ ਤੇਰੇ ਨਾਲ ਕੋਈ ਮਾੜਾ ਬੋਲਿਆ, ਕੋਈ ਭੈੜਾ ਸਲੂਕ ਕੀਤਾ ਹੈ? ਜਾਂ ਤੇਰੇ ਮਨ ਦੀ ਕੋਈ ਇੱਛਾ, ਕੋਈ ਚੀਜ਼ ਲੈਣੀ ਹੈ ਤੂੰ, ਤੇ ਮੈਂ ਰਾਜਾ, ਮੇਰੇ ਘਰ ਕਿਸ ਗੱਲ ਦੀ ਕਮੀ ਹੈ? ਤੂੰ ਜੋ ਕਵੇਂ ਮੈਂ ਤੈਨੂੰ ਲੈ ਕੇ ਦਿਆਂਗਾ। ਹਾਂਜੀ। ਸੁਣ ਕਹਿ ਬੋਲੀ ਲਾਲਸ ਮਨ ਕੀ, ਪ੍ਰਤਪਾਲਾ ਕਰ ਆਪਨ ਬਚਨ ਕੀ। ਅੱਗੋਂ ਕਕਈ ਕਹਿਣ ਲੱਗੀ ਰਾਜਾ ਤੂੰ ਮੇਰੇ ਨਾਲ 2 ਵਾਅਦੇ ਕੀਤੇ ਸੀ। ਅੱਜ ਪਹਿਲੀ ਗੱਲ ਉਹਨਾਂ ਨੂੰ ਚੇਤੇ ਕਰ, ਦੂਜੀ ਗੱਲ ਉਹਨਾਂ ਨੂੰ ਪੂਰਾ ਕਰ ਕਿ ਤੂੰ ਮੇਰੇ ਨਾਲ ਪ੍ਰੋਮਿਸ ਕੀਤੇ ਸੀ, 2 ਵਾਅਦੇ ਕੀਤੇ ਸੀ, ਤੂੰ ਮੈਨੂੰ ਬਚਨ ਦਿੱਤੇ ਸੀ। ਉਹ ਪਹਿਲਾਂ ਚੇਤੇ ਕਰ, ਫਿਰ ਉਹ ਪੂਰੇ ਕਰ। ਹਾਂਜੀ। ਦਵੈ ਬਾਰ ਨੇ ਨ ਕਹੇ ਜੋ ਮੋਹੂ, ਸੋ ਨਹਿ ਦੇਹੋ ਭਇਓ ਮੁਝ ਰੋਹੂ। ਉਹ ਮੈਨੂੰ ਦੋਵੇਂ ਵਰ ਅੱਜ ਚਾਹੀਦੇ ਨੇ, ਤੇ ਮੈਨੂੰ ਲੱਗਦਾ ਵੀ ਉਹ ਵਰ ਮੇਰੇ ਪੂਰੇ ਹੋਣੇ ਨਹੀਂ, ਤੂੰ ਦੇਣੇ ਨਹੀਂ, ਤੇ ਇਸ ਕਰਕੇ ਮੇਰੇ ਮਨ ਵਿੱਚ ਰੋਸ ਹੈ। ਹਾਂਜੀ। ਦੇਹੋ ਅਬੇ ਤਉ ਜੀਵਨ ਮੇਰਾ, ਨਾ ਤੁਰ ਮਰਨ ਲਖੋਂ ਇਸ ਬੇਰਾ। ਜੇ ਤੇ ਰਾਜਾ ਤੂੰ ਮੈਨੂੰ ਉਹ 2 ਵਰ ਦੇ ਦੇਵੇਂ ਤੇ ਮੈਂ ਜਿਉਂਦੀ ਰਵਾਂਗੀ, ਨਹੀਂ ਤੇ ਮੈਂ ਫੈਸਲਾ ਕਰ ਲਿਆ ਕਿ ਮੈਂ ਪ੍ਰਾਣ ਤਿਆਗ ਦੇਣੇ ਨੇ। ਇਹ ਜਿਹੜਾ ਤੇਰਾ ਅਵਖੇਕਨ ਹੈ, ਰਾਜ ਤਿਲਕ ਦਾ ਡਰਾਮਾ ਜਿਹੜਾ ਹੈ, ਇਸ ਤੋਂ ਪਹਿਲਾਂ ਮੈਂ ਮਰ ਜਾਵਾਂਗੀ, ਮੈਂ ਆਪਣੇ ਪ੍ਰਾਣ ਤਿਆਗ ਦੇਵਾਂਗੀ। ਹਾਂਜੀ। ਨ੍ਰਿਪ ਨਹਿ ਕਹਿਓ ਚਾਹੇ ਜੋ ਲੀਜੈ, ਬੋਲੀ ਰਾਜ ਤਾਤ ਮੋਹਿ ਦੀਜੈ। ਰਾਜਾ ਕਹਿਣ ਲੱਗਾ ਵੀ ਮਰਨ ਵਾਲੀ ਕਿਹੜੀ ਗੱਲ ਇਹਦੇ 'ਚ? ਉਹਨੇ ਸੋਚਿਆ ਵੀ ਨਹੀਂ ਸੀਗਾ ਕਿ ਇਹ ਉਹ ਮੰਗੇਗੀ ਜਿਹੜਾ ਸੱਚਮੁੱਚ ਹੀ ਮੇਰੇ ਲਈ ਦੇਣਾ ਔਖਾ ਹੋਏਗਾ। ਕਹਿਣ ਲੱਗਾ ਤੈਨੂੰ ਮਰਨ ਦੀ ਕੀ ਲੋੜ ਹੈ? ਨ੍ਰਿਪ ਨੇ ਕਹਿਓ ਚਾਹੇ ਜੋ ਲੀਜੈ, ਦੱਸ ਕੀ ਚਾਹੀਦਾ? ਮੈਨੂੰ ਯਾਦ ਹੈ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਤੇ ਮੈਂ ਉਹ ਤੈਨੂੰ ਵਰ ਦੇਵਾਂਗਾ। ਬੋਲੀ ਰਾਜ ਤਾਤ ਮੋਹਿ ਦੀਜੈ। ਤੇ ਕਈ ਅੱਗੋਂ ਕਹਿਣ ਲੱਗੀ ਫਿਰ ਪਹਿਲੀ ਗੱਲ ਤੇ ਇਹ ਹੈ ਕਿ ਰਾਜ ਤਿਲਕ ਜਿਹੜਾ ਹੈ ਕੁਸ਼ਲਿਆ ਦੇ ਪੁੱਤਰ ਨੂੰ ਨਹੀਂ ਮਿਲਣਾ ਚਾਹੀਦਾ, ਉਹ ਕਕਈ ਦੇ ਪੁੱਤਰ ਨੂੰ ਮਿਲਣਾ ਚਾਹੀਦਾ ਹੈ। ਇਹ ਕਕਈ ਪੁੱਤਰ, ਕੁਸ਼ਲਿਆ ਪੁੱਤਰ, ਸੁਮਿਤਰਾ ਪੁੱਤਰ, ਇਹ ਚੱਲੇ ਹੀ ਇੱਥੋਂ ਹੈ, ਕਿਉਂਕਿ ਬਾਪ ਇੱਕ ਹੁੰਦਾ ਸੀ, ਮਾਵਾਂ ਕਈ ਹੁੰਦੀਆਂ ਸੀ। ਹੁਣ ਜੇ ਬਾਪ ਦੀ ਗੱਲ ਕਰੀਏ ਤੇ ਸਾਰੇ ਦਸ਼ਰਥ ਦੇ ਬੇਟੇ ਨੇ, ਪਰ ਜੇ ਉਹਨਾਂ ਨੂੰ ਅੱਗੋਂ ਵੰਡ ਕਰਕੇ ਦੱਸਣਾ ਹੋਵੇ ਤੇ ਇਸੇ ਕਰਕੇ ਫਿਰ ਉਹ ਪਿਓ ਦਾ ਨਾਂ ਵਿੱਚੋਂ ਕੱਢ ਦਿੱਤਾ ਜਾਂਦਾ ਸੀ। ਅੱਜ ਤੁਸੀਂ ਬਾਹਰ ਜਾਓਗੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਸਾਡੇ 'ਚ ਸਨ ਆਫ ਹੈ, ਉੱਥੇ ਮਾਂ ਦਾ ਹੀ ਨਾਂ ਲਿਖਿਆ ਜਾਂਦਾ ਹੈ, ਕਿਉਂਕਿ ਪਿਤਾ ਇੱਕ ਬੱਚੇ ਦੇ ਕਈ ਹੋ ਸਕਦੇ ਨੇ, ਮਾਵਾਂ ਕਈ ਨਹੀਂ ਹੋ ਸਕਦੀਆਂ। 2 4 5 ਮਾਵਾਂ ਦੇ ਪੇਟ 'ਚ ਬੱਚਾ ਨਹੀਂ ਪੜਦਾ, ਬੱਚਾ ਇੱਕ ਮਾਂ ਦੇ ਪੇਟ 'ਚ ਹੀ ਪੜਦਾ। ਪਰ ਮਾਂ ਵਿਆਹ ਕਰੀ ਜਾਵੇ 2 4 5 7 ਤੇ ਪਿਓ 5 7 ਕਲੇਮ ਕਰ ਸਕਦੇ ਨੇ ਵੀ ਮੈਂ ਵੀ ਪਿਓ ਹਾਂ ਜੀ, ਮੈਂ ਵੀ ਪਿਓ ਹਾਂ ਜੀ। ਹੁਣ ਕਈ ਕਹਿਣ ਲੱਗੀ ਵੀ ਮੇਰੇ ਪੁੱਤਰ ਨੂੰ ਰਾਜ ਤਿਲਕ ਮਿਲਣਾ ਚਾਹੀਦਾ, ਕੁਸ਼ਲਿਆ ਦੇ ਪੁੱਤਰ ਨੂੰ ਨਹੀਂ ਮਿਲਣਾ ਚਾਹੀਦਾ। ਬੋਲੀ ਰਾਜ ਤਾਤ ਮੋਹਿ ਦੀਜੈ, ਇਹ ਰਾਜ ਮੇਰੇ ਪੁੱਤਰ ਨੂੰ ਦਿਓ। ਹਾਂਜੀ। ਭੂਪਤ ਆਪਣੋ ਬਚਨ ਨ ਹਾਰਿਓ, ਦਿਓ ਰਾਜ ਤਹਿ ਬਹੁਤ ਤਿਕਾਰਿਓ। ਰਾਜਾ ਕਹਿਣ ਲੱਗਾ ਮੈਨੂੰ ਮਨਜ਼ੂਰ ਹੈ, ਮੈਂ ਆਪਣਾ ਧਰਮ ਨਹੀਂ ਗਵਾਵਾਂਗਾ, ਮੈਂ ਤੇਰੇ ਨਾਲ ਬਚਨ ਕੀਤੇ ਨੇ, ਮੈਂ ਆਪਣੇ ਬਚਨ ਪੂਰੇ ਕਰਾਂਗਾ। ਮੈਂ ਤੇ ਬਹੁਤ ਵਾਰੀ ਬੇਨਤੀ ਕਰਦਾ ਵੀ ਅੱਜ ਕੱਲ੍ਹ ਦਾ ਜ਼ਮਾਨਾ ਹੁੰਦਾ, ਉਹ ਕਈ ਬੰਦਿਆਂ ਨੂੰ ਆਦਤ ਹੈ ਬੜੀ, ਗੱਲ ਗੱਲ ਤੇ ਸਹੁੰ ਖਾਈ ਜਾਂਦੇ ਨੇ, ਤੇ ਜੇ ਉਹਨਾਂ ਨੂੰ ਕਹੀਏ ਨਾ ਵੀ ਤੂੰ ਸਹੁੰ ਖਾ ਲੈਣਾ ਹੈ
ਉਹ ਕਹਿੰਦਾ ਬੰਦਾ ਰੋਟੀਆਂ 10-12 ਖਾ ਲੈਂਦਾ, ਇੱਕ 100 ਖਾ ਲਈ ਤਾਂ ਕੀ ਹੋ ਗਿਆ। ਕਈ ਤਾਂ ਇੰਨੀਆਂ ਰੋਟੀਆਂ ਨਹੀਂ ਖਾਂਦੇ ਜਿੰਨੀਆਂ ਰੋਜ਼ 100 ਖਾ ਲੈਂਦੇ ਨੇ। ਕਈ ਇਸ ਗੱਲ ਦੀ ਕੀਮਤ ਨਹੀਂ ਜਾਣਦੇ। ਪਰ ਜੇ ਅੱਜ ਤੋਂ ਅਸੀਂ ਮੇਰੇ ਖਿਆਲ 100 ਸਾਲ ਵੀ ਪਿੱਛੇ ਚਲੇ ਜਾਈਏ ਤੇ ਲੋਕ ਕਿਤੇ ਨਾ ਕਿਤੇ ਆਪਣੀ ਕੀਤੀ ਗੱਲ ਦੇ ਉੱਪਰ ਖਲੋਂਦੇ ਸੀ, ਆਪਣਾ ਧਰਮ ਨਿਭਾਉਂਦੇ ਸੀ। ਲਿਖਾ ਪੜ੍ਹੀ ਦੀ ਨਹੀਂ। ਅਗਲਾ ਕਹਿੰਦਾ ਸੀ ਨਹੀਂ ਜੀ ਮੈਨੂੰ ਤੁਹਾਡੀ ਜ਼ੁਬਾਨ ਤੇ ਵਿਸ਼ਵਾਸ ਹੈ। ਜ਼ੁਬਾਨੀ ਕਲਾਮੀ ਸਭ ਵਰਤੋਂ ਵਿਹਾਰ ਚੱਲਦੇ ਸੀਗੇ। ਕੋਈ ਲਿਖਾ ਪੜ੍ਹੀ ਨਹੀਂ ਸੀ ਕਰਦਾ, ਨਾ ਲੋੜ ਪੈਂਦੀ ਸੀ ਕਰਨ ਦੀ। ਰਾਜੇ ਦਸ਼ਰਥ ਨੇ ਆਪਣਾ ਧਰਮ ਨਿਭਾ ਦਿੱਤਾ। ਸ਼੍ਰੀ ਰਾਮ ਚੰਦਰ ਨੂੰ ਛੱਡ ਕੇ ਕਕਈ ਦੇ ਪੁੱਤਰ ਭਰਤ ਨੂੰ ਰਾਜ ਤਿਲਕ ਦੇ ਦਿੱਤਾ। ਹਾਂਜੀ। ਦੂਸਰ ਬਾਰ ਰਘੁਬਰ ਬਨਵਾਸਾ, ਸੁਨ ਨ੍ਰਿਪਤ ਜੀ ਜੀਅਨ ਕੀ ਆਸਾ। ਕਕਈ ਨੇ ਇੱਕ ਕੰਮ ਨਹੀਂ ਕੀਤਾ, ਦੋ ਕੀਤੇ। ਉਹ ਜਾਣਦੀ ਸੀ ਕਿ ਜੇ ਮੇਰੇ ਛੋਟੇ ਪੁੱਤਰ ਨੂੰ ਰਾਜਾ ਬਣਾ ਵੀ ਦਿੱਤਾ ਜਾਵੇ ਤੇ ਘਰ ਦਾ ਜਾਂ ਸਮਾਜ ਦਾ ਵਾਤਾਵਰਨ ਐਸਾ ਹੈ ਕਿ ਮੇਰੇ ਪੁੱਤਰ ਨੂੰ ਰਾਜਾ ਹੁੰਦਿਆਂ ਵੀ ਸਵੇਰੇ ਉੱਠ ਕੇ ਕਸ਼ਲਿਆ ਦੇ ਪੁੱਤਰ ਨੂੰ ਜਾ ਕੇ ਮੱਥਾ ਟੇਕਣਾ ਪੈਣਾ। ਵੱਡਾ ਭਰਾ ਹੋਣ ਦੇ ਨਾਤੇ ਜਾ ਕੇ ਪੁੱਛਣਾ ਵੀ ਪੈਣਾ ਵੀ ਭਰਾਤਾ ਸ਼੍ਰੀ ਆਹ ਕੰਮ ਕਿਵੇਂ ਕਰਨਾ ਤੇ ਆਹ ਕੰਮ ਕਿਵੇਂ ਕਰਨਾ। ਕਿਉਂਕਿ ਇਹ ਤਾਂ ਗੱਲ ਪੱਕੀ ਹੈ ਨਾ ਕਿ ਤਿਲਕ ਜਿਹਨੂੰ ਮਰਜ਼ੀ ਮਿਲ ਜਾਏ, ਜਿਹੜੀ ਪਿਤਾ ਵਾਲੀ ਪਗੜੀ ਹੈ ਜ਼ਿੰਮੇਵਾਰੀ ਉੱਤੇ ਵੱਡੇ ਪੁੱਤਰ ਨੂੰ ਹੀ ਮਿਲਣੀ ਹੈ। ਮਰਿਆਦਾ ਤੇ ਹੀ ਕਹਿੰਦੀ ਹੈ। ਸਮਾਜ ਦੀ ਜਿਹੜੀ ਮਰਿਆਦਾ ਉਹ ਇਹੋ ਹੀ ਹੈ, ਧਰਮ ਦੀ ਨਹੀਂ ਹੈ, ਸਮਾਜ ਦੀ। ਬਹੁਤ ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਵੀ ਸਾਡਾ ਜਿਹੜਾ ਇੰਡੀਅਨ ਸਮਾਜ ਹੈ ਇਹ ਬਹੁਤ ਅਮੀਰ ਹੈ। ਸਾਡਾ ਕਲਚਰ ਬੜਾ ਅਮੀਰ ਸੀ। ਦੁੱਖ ਤੇ ਇਸ ਗੱਲ ਦਾ ਹੈ ਕਿ ਜਦੋਂ ਕਲਚਰ ਦਾ ਐਗਰੀਕਲਚਰ ਬਣਾ ਕੇ ਤੇ ਪੱਠਿਆਂ ਵਾਂਗੂ ਕੁਤਰ ਕਾਤਰ ਕੇ ਮੱਝਾਂ ਗਾਵਾਂ ਦੀਆਂ ਖੁਰਲੀਆਂ ਭਰ ਦਿੱਤੀਆਂ ਸੀ, ਸਭ ਖਤਮ ਕਰ ਦਿੱਤਾ। ਕਈ ਕਹਿਣ ਲੱਗੀ ਜੀ ਪਹਿਲਾ ਵਾਰ ਇਹ ਹੈ ਕਿ ਮੇਰੇ ਪੁੱਤਰ ਨੂੰ ਰਾਜ ਮਿਲੇ ਤੇ ਦੂਜਾ ਵਾਰ ਇਹ ਦਿਓ ਮੈਨੂੰ ਕਿ ਜਿਹੜਾ ਕਸ਼ਲਿਆ ਦਾ ਪੁੱਤਰ ਹੈ ਇਹ 14 ਸਾਲ ਜੰਗਲ ਵਿੱਚ ਰਹੇਗਾ। ਭਾਵ ਉਦੋਂ ਤੱਕ ਦੁਨੀਆ ਭੁੱਲ ਜਾਏਗੀ, ਉਦੋਂ ਤੱਕ ਮੇਰੇ ਪੁੱਤਰ ਦਾ ਜਿਹੜਾ ਰਾਜ ਭਾਗ ਹੈ ਉਹਦੇ ਕੰਟਰੋਲ ਵਿੱਚ ਆ ਜਾਏਗਾ। ਲੋਕਾਂ ਵਿੱਚ ਭਰਤ ਹੋ ਜਾਏਗੀ, ਇਹਨੂੰ ਪੁੱਛੇਗਾ ਹੀ ਕੋਈ ਨਹੀਂ। ਮੁੜ ਕੇ ਆਏ ਰਾਮ ਨੂੰ ਕਿਹਨੇ ਪੁੱਛਣਾ? ਮੇਰੇ ਪੁੱਤਰ ਦਾ ਉਦੋਂ ਤੱਕ ਪੂਰਾ ਤੇਜ ਪ੍ਰਤਾਪ ਬਲ ਜਿਹੜਾ ਹੈ ਉਹ ਸਥਾਪਿਤ ਹੋ ਜਾਏਗਾ। ਹਾਂਜੀ। ਰਾਮਚੰਦ ਤਬ ਵਿਪਨ ਪਧਾਰੇ, ਸੀਤਾ ਲਛਮਣ ਲੀਨ ਸ਼ਿੰਗਾਰੇ। ਤਦੋਂ ਸ਼੍ਰੀ ਰਾਮਚੰਦਰ ਜੰਗਲ ਨੂੰ ਚਲੇ ਗਏ ਤੇ ਸੀਤਾ ਕਹਿਣ ਲੱਗੀ ਜੀ ਮੈਂ ਤੁਹਾਡੇ ਬਗੈਰ ਇੱਥੇ ਕੀ ਕਰਨਾ ਹੈ, ਮੈਨੂੰ ਰਾਜ ਭਾਗ ਨਹੀਂ ਚਾਹੀਦਾ। ਅੱਜ ਕੱਲ੍ਹ ਦੀ ਬੀਬੀ ਹੁੰਦੀ ਤਾਂ ਉਹਨੇ ਕਹਿਣਾ ਸੀ ਕੋਈ ਨਹੀਂ ਜੀ ਤੁਸੀਂ ਜਾਓ, ਮੈਂ ਇੱਥੇ ਰਹਿੰਦੀ ਹਾਂ ਤੇ ਕੋਈ ਨਹੀਂ ਤੁਸੀਂ ਆ ਹੀ ਜਾਣਾ। ਨਹੀਂ, ਉਹ ਕਹਿਣ ਲੱਗੀ ਮੈਂ ਤੁਹਾਡੇ ਬਿਨਾਂ ਨਹੀਂ ਰਹਿਣਾ। ਇਹ ਸਤਿਗੁਰੂ ਦੀ ਬਾਣੀ 'ਚ ਦਰਜ ਹੈ। ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈਂ ਸ਼ਹਿ ਨਾਲੇ। ਜਿਵੇਂ ਜੀਵ ਰੂਪੀ ਆਤਮਾ ਪਰਮਾਤਮਾ ਨੂੰ ਕਹਿੰਦੀ ਹੈ ਨਾ, ਇਹ ਜਿਹੜਾ ਸੰਸਾਰੀ ਰਿਸ਼ਤਾ ਸਾਡਾ ਇਸਤਰੀ ਪੁਰਖ ਵਾਲਾ, ਇਸੇ ਕਰਕੇ ਤੇ ਲਾਵਾਂ ਦਾ ਪਾਠ ਪ੍ਰਵਾਨ ਹੋ ਗਿਆ, ਪੱਲੇ ਦਾ ਪ੍ਰਵਾਨ ਸ਼ਬਦ ਵੀ ਪ੍ਰਵਾਨ ਹੋ ਗਿਆ। ਨਹੀਂ ਤਾਂ ਗੱਲਾਂ ਤੇ ਸਾਰੀਆਂ ਆਤਮਾ ਪਰਮਾਤਮਾ ਦੀਆਂ ਨੇ। ਨਹੀਂ, ਕਿਤੇ ਜਾ ਕੇ ਇਸ ਰਿਸ਼ਤੇ ਨੂੰ ਵੀ ਇਹ ਆਤਮਾ ਪਰਮਾਤਮਾ ਦੇ ਵਾਂਗ ਇਹਨੂੰ ਪਵਿੱਤਰ ਮੰਨਿਆ ਗਿਆ ਸੀ। ਇਸਤਰੀ ਦਾ ਪੁਰਖ ਦਾ ਆਪਸ ਵਿੱਚ ਜਿਹੜਾ ਰਿਸ਼ਤਾ ਸੀਗਾ ਉਹਨੂੰ ਇਸ ਕਦਰ ਜੀਵਿਆ ਜਾਂਦਾ ਸੀ। ਸੀਤਾ ਕਹਿਣ ਲੱਗੀ ਜੀ ਮੈਂ ਤੇ ਇੱਥੇ ਨਹੀਂ ਰਹਿਣਾ। ਲਕਸ਼ਮਣ ਕਹਿਣ ਲੱਗਾ ਜੀ ਮੈਂ ਵੀ ਨਹੀਂ ਰਹਿਣਾ, ਰਾਜ ਭਾਗ ਤੋਂ ਮੈਂ ਕੀ ਲੈਣਾ, ਮੈਂ ਆਪਣੇ ਵੱਡੇ ਭਰਾ ਨਾਲ ਰਵਾਂਗਾ। ਜਦੋਂ ਲਕਸ਼ਮਣ ਵੀ ਤੁਰ ਪਿਆ, ਸੀਤਾ ਵੀ ਚੱਲ ਪਈ ਤੇ ਰਾਜੇ ਦਸ਼ਰਥ ਨੇ ਜ਼ਿੰਦਗੀ ਜਿਉਣ ਦਾ ਜਿਹੜਾ ਸੁਨ ਨ੍ਰਿਪ ਤਜੀ ਜੀਵਨ ਕੀ ਆਸ, ਉਹਨੇ ਆਸ ਹੀ ਛੱਡ ਦਿੱਤੀ।
ਉਹ ਕਹਿੰਦਾ ਵੀ ਜਦੋਂ ਇਹੋ ਜਿਹਾ ਪਾਪ ਮੇਰੇ ਹੱਥੋਂ ਕਰਵਾ ਦਿੱਤਾ ਗਿਆ ਹੈ, ਤੇ ਮੈਨੂੰ ਜਿਉਂਦੇ ਰਹਿਣ ਦਾ ਕੀ ਹੱਕ ਹੈ? ਲੋਕ ਮੈਨੂੰ ਸਾਰੀ ਉਮਰ ਕੋਸਣਗੇ। ਜਦੋਂ ਮਹਿਲਾਂ ਤੋਂ ਬਾਹਰ ਨਿਕਲਾਂਗਾ ਉਦੋਂ ਹੀ ਲੋਕ ਕਹਿਣਗੇ ਵੀ ਆਹ ਰਾਜਾ ਤੂੰ ਚੰਗਾ ਜਨਾਨੀ ਮਗਰ ਲੱਗ ਕੇ ਸਤਿਆਨਾਸ਼ ਕੀਤਾ ਹੀ। ਇਹ ਤੇ ਮੰਨ ਲਿਆ ਵੀ ਚਲੋ ਇੱਕ ਜਨਾਨੀ ਨੂੰ ਤੂੰ ਜ਼ਿਆਦਾ ਪਿਆਰ ਕਰਦਾ ਹੋਏਗਾ, ਦੂਜੀਆਂ ਨੂੰ ਘੱਟ ਕਰਦਾ ਹੋਏਗਾ, ਪਰ ਰਾਜੇ ਦਾ ਇੱਕ ਧਰਮ ਹੁੰਦਾ ਵੀ ਐਦਾਂ ਥੋੜਾ ਹੁੰਦਾ। ਤੇ ਕਿ ਤੂੰ ਤਾਂ ਯੋਗਤਾ ਹੀ ਨਹੀਂ ਵੇਖੀ, ਕਿਉਂਕਿ ਰਾਜੇ ਦਾ ਸੰਬੰਧ ਪ੍ਰਜਾ ਨਾਲ ਹੁੰਦਾ ਹੈ। ਰਾਜੇ ਦਾ ਸੰਬੰਧ ਕੇਵਲ ਤੁਹਾਡੇ ਵੰਸ਼ ਨਾਲ, ਤੁਹਾਡੇ ਪਰਿਵਾਰ ਨਾਲ ਨਹੀਂ ਹੈ। ਇਹਦਾ ਵੰਸ਼ ਨਾਲ ਬਹੁਤ ਵੱਡਾ ਸੰਬੰਧ ਨਹੀਂ ਹੈ, ਇਹਦਾ ਸੰਬੰਧ ਪ੍ਰਜਾ ਨਾਲ ਬਹੁਤ ਵੱਡਾ ਹੈ। ਕਿਉਂਕਿ ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ। ਯੋਗਤਾ ਹੋਣੀ ਚਾਹੀਦੀ ਹੈ, ਨਹੀਂ ਤਾਂ ਰਾਵਣ ਵਾਲੀ ਗੱਲ ਹੀ ਹੈ। ਫਿਰ ਓਵਰ ਰੂਲਿੰਗ ਕਰਕੇ ਉਹ ਬਣ ਤੇ ਜਾਏਗਾ ਰਾਜਾ। ਪਰ ਅੱਜ ਤੁਸੀਂ ਵੇਖ ਲਓ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਉਹਨੇ ਘਰ ਕੋ ਆਗ ਲੱਗੀ, ਘਰ ਕੇ ਚਿਰਾਗ ਸੇ, ਸਾਰਾ ਘਰ ਹੀ ਸਾੜ ਦਿੱਤਾ ਉਹਨੇ। ਜੇ ਲੰਕਾ ਸੋਨੇ ਦੀ ਉਹਨੇ ਬਣਾਈ, ਜੇ ਬਾਗ ਉਹਨੇ ਬਣਾਏ, ਜੇ ਏਡਾ ਵੱਡਾ ਰਾਜ ਸਾਮਰਾਜ ਉਹਨੇ ਖੜਾ ਕੀਤਾ, ਤੇ ਖਤਮ ਵੀ ਉਹਨੇ ਆਪ ਹੀ ਕੀਤਾ। ਰਾਵਣ ਦੀ ਲੰਕਾ ਸੜਨ ਦੇ ਵਿੱਚ ਤੁਹਾਡਾ ਮੇਰਾ ਹੱਥ ਨਹੀਂ ਹੈ, ਇਹ ਰਾਵਣ ਦਾ ਆਪਣਾ ਹੀ ਹੱਥ ਹੈ। ਛੋਟੇ ਹੁੰਦਿਆਂ ਪੜ੍ਹਦੇ ਸੀ ਨਾ, ਬੜੀ ਵਧੀਆ ਗੱਲ, ਕਿ ਮੇਰੇ ਵਰਗਾ ਬੱਚਾ ਸੀ ਤੇ ਉਹ ਸੀ ਨਲਾਇਕ, ਉਹਦਾ ਧਿਆਨ ਹੁੰਦਾ ਨਹੀਂ ਸੀ ਪੜ੍ਹਨ 'ਚ। ਤੇ ਮਾਸਟਰ ਨੇ ਪੁੱਛਿਆ ਵੀ ਦੱਸੋ ਭਾਈ ਧਨੁਸ਼ ਕਿਹਨੇ ਤੋੜਿਆ? ਹੁਣ ਉਹ ਹਾਜ਼ਰ ਹੁੰਦਾ ਤੇ ਉਹਨੂੰ ਪਤਾ ਹੁੰਦਾ ਵੀ ਗੱਲ ਤੇ ਰਮਾਇਣ ਦੀ ਹੋ ਰਹੀ ਹੈ। ਉਹਨੂੰ ਪੁੱਛਿਆ ਧਨੁਸ਼ ਕਿਹਨੇ ਤੋੜਿਆ? ਉੱਠ ਕੇ ਆਂਦਾ ਸਰ ਮੈਂ ਤਾਂ ਨਹੀਂ ਤੋੜਿਆ। ਰਾਵਣ ਦੀ ਲੰਕਾ ਨੂੰ ਅੱਗ ਨਾ ਤੁਸੀਂ ਲਾਈ ਨਾ ਮੈਂ ਲਾਈ। ਉਹ ਨਾ ਸੀਤਾ ਜੀ ਦਾ ਹਰਨ ਕਰਦਾ ਤੇ ਨਾ ਉਹਦੀ ਲੰਕਾ ਸੜਦੀ, ਨਾ ਉਹਦਾ ਬਾਗ ਪੁੱਟਿਆ ਜਾਂਦਾ, ਨਾ ਹੀ ਉਹ ਦਹਿਸ਼ਰ ਦਾ ਸਿਰ ਖਤਮ ਹੁੰਦਾ। ਵੇਖੋ ਇਹ ਤਾਂ ਸਾਡੀ ਤਵਾਰੀਖ ਦੱਸਦੀ ਹੈ ਕਿ ਜਦੋਂ ਰਾਵਣ ਨੇ ਜਾ ਕੇ ਸੀਤਾ ਵਰਗੀ ਇੱਕ ਸਤੀ ਸਵਿਤਰੀ ਔਰਤ ਦਾ ਹਰਨ ਕੀਤਾ ਹੈ, ਤੇ ਉਹਦੇ ਬਦਲੇ ਵਿੱਚ ਉਹਦਾ ਸਾਰਾ ਸਾਮਰਾਜ ਹੀ ਖਤਮ ਹੋ ਜਾਂਦਾ ਹੈ। ਹਾਂਜੀ। ਪੁਰ ਆਤੁਰ ਅਤ ਉਰ ਨਰ ਨਾਰੀ, ਰਾਮ ਬਿਰਹਿ ਵਿਆਪਿਓ ਦੁਖ ਭਾਰੀ। ਦਸ਼ਰਥ ਦੇ ਮਰਨ ਤੋਂ ਬਾਅਦ ਕਹਿੰਦੇ ਕਿ ਜਿਹੜਾ ਅਯੁੱਧਿਆ ਦਾ ਪ੍ਰਬੰਧ ਸੀ ਨਾ, ਉਹ ਹਿੱਲ ਗਿਆ। ਪੂਰੇ ਰਾਜ ਭਾਗ ਦੇ ਵਿੱਚ ਲੋਕ ਰੋਂਦੇ ਹੁੰਦੇ ਸੀ ਵੀ ਇਹ ਹੋਇਆ ਕੀ ਹੈ, ਕਿਉਂਕਿ ਲੋਕ ਰਾਜੇ ਨੂੰ ਆਪਣਾ ਪ੍ਰਜਾਪਤੀ ਮੰਨਦੇ ਸੀ। ਹੁਣ ਰਾਜਾ ਤੇ ਸਾਡਾ ਵੀ, ਉਹ ਘੜੀ ਕੁ ਮਗਰੋਂ ਆ ਕੇ ਟੀਵੀ ਅੱਗੇ ਰੋਣ ਲੱਗ ਪੈਂਦਾ। ਉਹ ਕਿਸੇ ਨੇ ਪਾਈ ਹੈ ਮਨਮੋਹਨ ਸਿੰਘ ਦੀ ਪੋਸਟ, ਉਹ ਕਹਿੰਦਾ ਵੀ ਮੇਰੀ ਛਾਤੀ ਤੇ ਨਹੀਂ ਸੀ 56 ਇੰਚ ਦੀ, ਪਰ ਮੈਂ ਕਦੇ ਰੋਇਆ ਨਹੀਂ। ਕਹਿੰਦਾ ਇਹ ਪਤਾ ਨਹੀਂ ਕਿਉਂ ਰੋਈ ਜਾਂਦਾ। ਵੀ ਰੋਣ ਨਾਲ ਕੀ ਹੁੰਦਾ? ਲੋਕਾਂ ਨੂੰ ਆਕਸੀਜਨ ਚਾਹੀਦੀ ਹੈ, ਲੋਕਾਂ ਨੂੰ ਵੈਂਟੀਲੇਟਰ ਚਾਹੀਦੇ ਨੇ। ਘੜੀ ਕੁ ਮਗਰੋਂ ਆ ਕੇ ਰੋਣ ਲੱਗ ਜਾਓ, ਰੋਣ ਨਾਲ ਕੀ ਹੋਏਗਾ? ਰੋਣ ਨਾਲ ਲੋਕਾਂ ਨੂੰ ਕਮਲਾ ਬਣਾਇਆ ਜਾ ਸਕਦਾ, ਬੁੱਧੂ ਬਣਾਇਆ ਜਾ ਸਕਦਾ, ਲੋਕਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ। ਲੋਕਾਂ ਨੂੰ ਕਮਲਾ ਤੇ ਕੀਤਾ ਜਾ ਸਕਦਾ, ਪਰ ਚਾਹੀਦਾ ਤੇ ਸੀ ਵੀ ਪ੍ਰਬੰਧ ਕੀਤਾ ਜਾਂਦਾ। ਹੁਣ ਇੱਥੇ ਪੁਰ ਆਤਰ ਅਤ ਉਰ ਨਰ ਨਾਰੀ, ਪੂਰੀ ਅਯੁੱਧਿਆ ਦੇ ਵਿੱਚ ਲੋਕ ਕਮਲੇ ਹੋ ਗਏ ਰੋ ਰੋ ਕੇ ਵੀ ਇਹ ਕੀ ਬਣਿਆ? ਇੱਥੇ ਰਾਜ ਪ੍ਰਬੰਧ ਦਾ ਸਿਸਟਮ ਹੀ ਖਰਾਬ ਹੋ ਗਿਆ। ਰਾਮ ਬਿਰੈ ਵਿਆਪਿਓ ਦੁੱਖ ਭਾਰੀ, ਲੋਕ ਰਾਜੇ ਦਸ਼ਰਥ ਦੇ ਪੁੱਤਰ ਸ਼੍ਰੀ ਰਾਮ ਨੂੰ ਬਹੁਤ ਪਿਆਰ ਕਰਦੇ ਸੀ, ਉਹ ਵਿਆਕਲ ਹੋ ਗਏ, ਬਹਿਬਲ ਹੋ ਗਏ। ਹਾਂਜੀ।
ਸੁਤ ਕੇ ਬਿਰਹਿ ਦਸਰਥ ਤਨ ਛੋਰਾ ਪ੍ਰੀਤਮ ਪ੍ਰਾਨ ਨਿਭਾਇਓ ਓਰਾ। ਹੁਣ ਜਿਹੜਾ ਰਾਜਾ ਦਸ਼ਰਥ ਸੀ, ਉਹ ਕਹਿੰਦੇ ਉਹ ਆਪਣੇ ਮਹਿਲਾਂ ਦੀ ਅਟਾਰੀ ਵਿੱਚ ਬਹਿ ਗਿਆ ਤੇ ਜਿੱਥੋਂ ਤੱਕ ਉਹਨੂੰ ਆਪਣਾ ਪੁੱਤਰ ਜਾਂਦਾ ਜੰਗਲ ਨੂੰ ਦਿਸਦਾ ਰਿਹਾ, ਉਹ ਵੇਖਦਾ ਰਿਹਾ। ਜਦੋਂ ਦਿਸਣੋਂ ਹਟ ਗਿਆ ਤੇ ਉਹਨੇ ਆਪਣੇ ਪ੍ਰਾਣ ਤਿਆਗਤੇ। ਪਰ ਪਿਤਾ ਦੀ ਮੌਤ ਸੁਣ ਕੇ ਵੀ ਸ਼੍ਰੀ ਰਾਮਚੰਦਰ ਵਾਪਸ ਨਹੀਂ ਆਏ। ਉਹਨਾਂ ਕਹਿੰਦੇ ਨਹੀਂ, ਮੈਨੂੰ ਪਿਤਾ ਨਹੀਂ ਕਿਹਾ ਤੂੰ 14 ਸਾਲ ਜੰਗਲ ਵਿੱਚ ਰਹਿਣਾ ਹੈ। ਨਹੀਂ ਤੇ ਚਾਹੀਦਾ ਤੇ ਸੀ ਵੀ ਹੁਣ ਬਾਪ ਮਰ ਗਿਆ ਤੇ ਪ੍ਰਬੰਧ ਤੇ ਕਰਨਾ ਹੈ ਕਿ ਨਹੀਂ ਕਰਨਾ। ਅੱਜ ਕੱਲ੍ਹ ਦੇ ਪੋਲੀਟੀਸ਼ੀਅਨ ਇੱਦਾਂ ਹੀ ਸੌਵਾਂ ਸੂਆਂ ਤੋੜ ਲੈਂਦੇ ਨੇ ਆਪਣੀਆਂ, ਵੀ ਨਹੀਂ ਜੀ ਮੇਰੇ ਬਿਨਾਂ ਕਿਵੇਂ ਕੰਮ ਹੋ ਸਕਦਾ ਹੈ। ਰਾਜੇ ਦਸ਼ਰਥ ਦੀ ਮੌਤ ਵੀ ਹੋ ਗਈ, ਪਰ ਸ਼੍ਰੀ ਰਾਮਚੰਦਰ ਆਪਣੇ ਪਿਤਾ ਦੇ ਹੁਕਮ ਨੂੰ ਤੋੜਦੇ ਨਹੀਂ। ਉਹ ਫਿਰ ਵੀ ਚਲੇ ਜਾਂਦੇ ਨੇ ਜੰਗਲ ਵਿੱਚ। ਕਹਿੰਦੇ ਨਹੀਂ, ਮੈਂ ਪਿਤਾ ਜੀ ਦਾ ਬਚਨ ਪੂਰਾ ਕਰਾਂਗਾ। ਮੈਂ 14 ਸਾਲ ਬਨਵਾਸ ਕੱਟ ਕੇ ਹੀ ਵਾਪਸ ਆਵਾਂਗਾ। ਹਾਂਜੀ। ਰਿਖ ਵਿਸ਼ਿਸ਼ਟ ਦੇਖਿਓ ਅਸਹਾਲਾ ਭਰਤ ਬੁਲਾਏ ਪਠੇ ਤਤਕਾਲਾ। ਤਦੋਂ ਫਿਰ ਰਿਖੀ ਵਸ਼ਿਸ਼ਟ ਜੀ ਨੇ ਭਰਤ ਨੂੰ ਬੁਲਾਇਆ ਵੀ ਆ ਕੇ ਰਾਜ ਪ੍ਰਬੰਧ ਸੰਭਾਲ ਬਈ। ਤੇਰੀ ਮਾਂ ਨੇ ਤੇ ਤੇਰੇ ਵਾਸਤੇ ਰਾਜ ਤਿਲਕ ਰਿਜ਼ਰਵ ਕਰ ਲਿਆ ਹੈ। ਰਾਮਚੰਦਰ ਬਨਵਾਸ ਚਲੇ ਗਏ ਨੇ, ਲਕਸ਼ਮਣ ਵੀ ਚਲਾ ਗਿਆ ਹੈ, ਸੀਤਾ ਵੀ ਚਲੀ ਗਈ ਹੈ, ਪਿਤਾ ਤੇਰੇ ਨੇ ਪ੍ਰਾਣ ਤਿਆਗ ਦਿੱਤੇ ਨੇ, ਤੇ ਤੂੰ ਵਾਪਸ ਆ। ਉਹਨੂੰ ਵਾਪਸ ਅਯੁੱਧਿਆ ਬੁਲਾਇਆ ਗਿਆ। ਹਾਂਜੀ। ਆਣ ਦੀਖ ਜਬ ਸਰਬ ਕੁਚਾਲੀ ਵਿਆਪੀ ਔਰ ਮੈਂ ਪੀਰ ਵਿਸਾਲੀ। ਭਰਤ ਨੇ ਆ ਕੇ ਕੀ ਵੇਖਿਆ ਵੀ ਇਹ ਤੇ ਕੁਚਾਲ ਹੋ ਗਈ, ਬਹੁਤ ਮਾੜਾ ਹੋਇਆ। ਇਹ ਤੇ ਉਹ ਹੋਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।